थीत गोबिंद जन्मासी। सगली थीत पास डार राखी। अष्टम थीत गोबिंद जन्मासी। भरम भूले नर करत कचरायण। जन्म मरण ते रहत नारायण। रहाओ कर पंजीर खुआयो चोर। ओ जन्म ना मरै रे साखत ढोर। सगल अपराध दे लोरोनी। सो मुख जलो जित कहे ठाकर जोनी। जन्म न मरै न आवे न जाय। नानक का प्रभ रहो समाय। जन्म न मरै न आवे न जाय। नानक का प्रभ रहो समाय। वाहिगुरु जी का खालसा वाहिगुरु जी की फतेह। परम सत्कारयोग सतगुरु साहिब जी साजी नवाजी गुरु खालसा साध संगत जी। आप जी सारिਆਂ ਦੇ ਚਰਨਾਂ 'ਚ ਨਿਵੇਦਨ ਹੈ, ਸਾਰਿਆਂ ਨੂੰ ਵਧਾਈ ਪ੍ਰਾਪਤ ਹੋਵੇ। ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਨਾਨਕ ਦੇਵ ਸਾਹਿਬ ਦੀ ਗੱਦੀ ਦੇ ਮਾਲਕ 8ਵੇਂ ਥਾਂ ਆਪ ਜੀ ਦਾ ਅਵਤਾਰ ਦਿਵਸ ਸਤਿਸੰਗੀ ਸੰਗਤਾਂ ਨੇ ਥਾਂ ਥਾਂ ਮਨਾਇਆ। ਪਰਸੋਂ ਤੋਂ ਅਖੰਡ ਪਾਠ ਪ੍ਰਾਰੰਭ ਸੀ। ਆਪਾਂ ਵੀ ਅੰਮ੍ਰਿਤ ਵੇਲੇ ਸਤਿਸੰਗੀ ਭੋਗ ਪਿਆ, ਸੰਗਤਾਂ ਨੇ ਜੁੜ ਕੇ ਲਾਹਾ ਲਿਆ। ਹਰ ਗੁਣ ਗਾਵਤ ਰਸਨਾ ਮੋਲੀ, ਉਹਨਾਂ ਗੁਰਮੁਖਾਂ ਦੀ ਰਸਨਾ ਭਾਈ ਅਮੋਲਕ ਹੈ। ਜੇ ਹਰੀ ਦੇ ਗੁਣਾਂ ਨੂੰ ਗਾਉਂਦੀ ਹੈ, ਰਸਨਾ ਤਾਂ ਸਾਰਿਆਂ ਨੇ ਰੱਖੀਆਂ ਹੁੰਦੀਆਂ। ਐਸਾ ਕੋਈ ਵਿਅਕਤੀ ਨਹੀਂ ਜਿਹਦੇ ਕੋਲੇ ਰਸਨਾ ਨਹੀਂ ਹੈ। ਜਿਹੜੀ ਨਾਮ ਰਸ ਲੈਵੇ ਉਹ ਸਫਲੀ ਹੈ। ਜਿਹੜੀ ਦੂਸਰੇ ਰਸਾਂ ਨੂੰ ਚੱਕਦੀ ਫਿਰਦੀ ਹੈ ਸਤਸੰਗੀ ਉਹ ਸਫਲੀ ਨਹੀਂ। ਇਹ ਰਸਨਾ ਤੂੰ ਆਨਾ ਸੁਰਾਗ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰ ਤੋਂ ਕਿਤੇ ਜਿੱਤਰ ਹਰ ਰਸ ਪੱਲੇ ਨਾ ਪਾਏ। ਗੁਰੂ ਅਮਰਦਾਸ ਜੀ ਨੇ ਸਿੱਖਿਆ ਦਿੰਦਿਆਂ ਫਰਮਾਇਆ, ਇਹ ਰਸਨਾ ਤੂੰ ਹੋਰ ਰਸਾਂ ਨੂੰ ਚੱਕਣ 'ਚ ਲੱਗੀ ਰਹਿੰਦੀ ਆ ਸਾਰੀ ਜ਼ਿੰਦਗੀ, ਪਰ ਤੂੰ ਫਿਰ ਤ੍ਰਿਪਤ ਨਹੀਂ ਹੁੰਦੀ। ਕਦੇ ਨਹੀਂ ਕਹਿੰਦੀ ਕਿ ਆਹ ਹੁਣ ਮੈਂ ਭੋਜਨ ਦਾ ਰਸ ਲੈ ਲਿਆ, ਮੁੜ ਕੇ ਨਹੀਂ ਲਵਾਂਗੀ। ਫਿਰ ਉਸ ਨੂੰ ਤੂੰ ਚਾਹੁੰਦੀ, ਪੁਨः ਤੜਪਦੀ ਰਹਿੰਦੀ ਹੈ, ਤ੍ਰਿਪਤ ਨਹੀਂ ਹੁੰਦੀ। ਤ੍ਰਿਪਤ ਉਦੋਂ ਹੋਵੇਗੀ ਜਿੰਨਾ ਚਿਰ ਤੂੰ ਹਰੀ ਦਾ ਰਸ ਪੱਲੇ ਨਹੀਂ ਨਾ ਪਾਉਂਦੀ, ਉਹਨਾਂ ਚਿਰ ਤੂੰ ਤ੍ਰਿਪਤ ਨਹੀਂ ਹੁੰਦੀ। ਤੋ ਖਾਲਸਾ ਜੀ, ਉਹਨਾਂ ਗੁਰਮੁਖਾਂ ਦੀ ਰਸਨਾ ਅਮੋਲਕ ਹੈ ਜਿਹੜੇ ਸਤਸੰਗ ਦੀ ਰਸਨਾ ਦੁਆਰਾ ਚਿਰ ਕਾਲ ਤੱਕ ਵਾਹਿਗੁਰੂ ਦਾ ਜਾਪ ਜਪਦੇ, ਬਾਣੀ ਪੜ੍ਹਦੇ। ਆਪ ਜੀ ਨੇ ਇਸੇ ਕਰਕੇ ਖਾਲਸਾ ਜੀ ਆਪਾਂ ਨੂੰ ਗੁਰਬਾਣੀ ਦੇ ਲੜ ਲਾਇਆ ਹੈ। ਸੋ ਪ੍ਰੇਮੀ ਜਨੋ, ਭਾਵੇਂ ਆਪਾਂ ਨਿਤਰਾਪਤੀ ਗੁਰੂ ਕੇ ਇਤਿਹਾਸ ਦੀ ਕਥਾ ਦੀ ਵਿਚਾਰ ਕਰਦੇ ਹਾਂ। ਅੱਜ ਗੁਰਪੁਰਬ ਕਰਕੇ ਸਤਸੰਗਤ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਤਸ਼ਾਹ ਦਾ ਹੈ। ਆਪਾਂ ਭਾਈ ਗੁਰਬਾਣੀ ਦੀ ਵਿਚਾਰ ਆਰੰਭ ਕਰਦੇ। ਆਪ ਵਿਅਕਤੀਆਂ ਨੂੰ ਕਾਗਰ ਕਰੋ, ਇਹ ਜਿਹੜੀ ਅੰਮ੍ਰਿਤਮਈ ਬਾਣੀ ਹੈ ਇਹ ਪ੍ਰਤੱਖ ਸਤਸੰਗ ਗੁਰੂ ਸਾਹਿਬ ਦਾ ਹਿਰਦਾ ਹੈ। ਸ਼ਬਦ ਰੂਪ ਆਪ ਜੀ ਹਨ। ਭਾਵਨਾ ਦੇ ਸਹਿਤ ਜੁੜ ਕੇ ਸਤਸੰਗ ਜੀ ਗੁਰਬਾਣੀ ਨੂੰ ਬਿਰਤੀ ਕਾਗਰ ਕਰਕੇ ਪੜ੍ਹੀਏ, ਸੁਣੀਏ, ਵਿਚਾਰੀਏ, ਜਿਸ ਕਰਕੇ ਮਾਨਸ ਦੇਹੀ ਆਪਣੀ ਸਾਰੀ ਸਤਸੰਗ ਜੀ ਸਫਲ ਹੋਵੇ। ਸੋ ਸਤਸੰਗ ਜੀ ਕਲਯੁਗ ਦੇ ਸਮੇਂ ਦੇ ਅੰਦਰ ਜੋ ਤੋਹਾ ਜੁਗਤ ਸਾਇ ਸਾ ਕਾਇਆ ਫੇਰ ਪਲਟੀਆ, ਇੱਕ ਤਾਂ ਇਹ ਗੁਰਬਾਣੀ ਦੀ ਪੰਕਤੀ ਹੈ। ਕਦੇ ਵੀ ਗੁਰੂਆਂ ਨੂੰ ਵੱਖਰੇ ਵੱਖਰੇ ਸਰੂਪ ਕਰਕੇ ਨਹੀਂ ਜਾਣਨਾ। ਜੋਤ ਉਹੀ ਗੁਰੂ ਨਾਨਕ ਦੇਵ ਜੀ ਵਾਲੀ ਕਹੀਏ, ਅਕਾਲ ਪੁਰਖ ਅੰਤਰਜਾਮੀ ਵਾਲੀ। ਜੋਤ ਗੁਰੂ ਨਾਨਕ ਦੇਵ ਜੀ ਦੀ ਨਹੀਂ, ਜੋਤ ਅਕਾਲ ਪੁਰਖ ਅੰਤਰਜਾਮੀ ਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਹਦੇ ਚਾਨਣ ਸਭ ਮੈਂ ਚਾਨਣ। ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋ।
ਆਕਾਸ਼ ਵਿੱਚ ਧਰਤੀ ਜਿੱਥੇ ਕਿੱਥੇ ਸਤਿਸੰਗ ਉਹ ਜੋਤੀ ਸਰੂਪ ਹੈ। ਉਸੇ ਨੇ ਖਾਲਸਾ ਜੀ ਗੁਰੂ ਨਾਨਕ ਦੇਵ ਜੀ ਦੀ ਦੇਹ ਧਾਰ ਕੇ ਗੁਰੂ ਨਾਨਕ ਨਾਮ ਕਹਾ ਰਖਾ ਕੇ ਜੋਤੀ ਸਰੂਪ ਪਰਮੇਸ਼ਰ ਨੇ ਖਾਲਸਾ ਜੀ ਕਲਯੁਗ ਦੇ ਸਮੇਂ ਦੇ ਅੰਦਰ ਆਪਣੇ ਪ੍ਰੇਮੀਆਂ ਦੇ ਗੁਰਸਿੱਖਾਂ ਦੇ ਹਿਰਦੇ ਚੋਂ ਹਨੇਰਾ ਚੱਕਿਆ ਹੈ। ਹਨੇਰਾ ਜੋਤ ਚੱਕਦੀ ਹੈ, ਹੋਰ ਕੋਈ ਨਹੀਂ ਚੱਕਦਾ। ਆਪ ਜੋਤੀ ਸਰੂਪ ਹਨ। ਜੋਤ ਉਹੀ ਹੈ ਔਰ ਉਪਦੇਸ਼ ਦੇਣ ਦੀ ਜੁਗਤੀ ਵੀ ਇੱਕੋ ਹੀ ਹੈ, ਕੋਈ ਫਰਕ ਨਹੀਂ ਪਾਇਆ ਕਿ ਗੁਰੂ ਨਾਨਕ ਦੇਵ ਜੀ ਨੇ ਕੋਈ ਹੋਰ ਸਿੱਖਿਆ ਦਿੱਤੀ, ਗੁਰੂ ਅੰਗਦ ਦੇਵ ਜੀ ਨੇ ਹੋਰ ਦੇਤੀ, ਗੁਰੂ ਅਮਰਦਾਸ ਜੀ ਨੇ ਕੁਝ ਹੋਰ ਦੇਤੀ। ਸਾ ਕਾਇਆ ਫੇਰ ਪਲਟੀ ਹੈ, ਕੇਵਲ ਖਾਲਸਾ ਜੀ ਦੇ ਹੀ ਪਲਟੀ ਹੈ। ਜੇ ਕੋਈ ਸਤ ਸੰਗਤ ਜੀ ਇੱਕ ਅੱਜ ਕਮੀਜ਼ ਪਾਇਆ ਹੋਇਆ ਕੱਲ ਨੂੰ ਦੂਜਾ ਪਾ ਕੇ ਆ ਜਾਵੇ, ਕੀ ਉਹ ਆਦਮੀ ਬਦਲ ਜਾਂਦਾ ਹੈ? ਤੀਜੇ ਦਿਨ ਤੀਸਰਾ ਪਾਇਆ ਵੇ, ਹੋਰ ਤਰ੍ਹਾਂ ਦੇ ਕਿਤਨੇ ਸਤਸੰਗੀ ਵਸਤਰ ਹਨ ਜੋ ਬਦਲਦਾ ਰਹੇ ਤਾਂ ਆਪਾਂ ਕਹਿੰਦੇ ਆ ਵੀ ਕਮੀਜ਼ ਹੀ ਬਦਲਿਆ ਹੈ ਤਾਂ ਇਨ ਮੈਨੂੰ ਉਹੀ ਓਨਾ ਹੀ ਪਿਆਰ ਆਉਂਦਾ ਆਪਾਂ ਨੂੰ। ਆਪਣਾ ਕਮੀਜ਼ ਨਾਲ ਪਿਆਰ ਨਹੀਂ, ਆਪਣਾ ਸਤਸੰਗੀ ਵਿਅਕਤੀ ਨਾਲ ਪਿਆਰ। ਆਪਣਾ ਸਤਸੰਗਤ ਜੀ ਦੇਹਾਂ ਨਾਲ ਪਿਆਰ ਨਹੀਂ, ਆਪਣਾ ਗੁਰਸਿੱਖੋ ਗੁਰਮੁਖਾਂ ਦਾ ਤਾਂ ਵਾਹਿਗੁਰੂ ਨਾਲ ਪਿਆਰ ਹੈ। ਦੇਹਾਂ ਸਦਾ ਵਾਸਤੇ ਜੁੜਦੀਆਂ ਰਹਿਣਗੀਆਂ ਔਰ ਵਿਛੜਦੀਆਂ ਵੀ ਰਹਿਣਗੀਆਂ। ਜਿੰਨਾ ਚਿਰ ਦੇਹ ਨਾਲ ਪਿਆਰ ਹੈ ਉਹਨਾਂ ਚਿਰ ਸਤ ਸੰਗਤ ਜੀ ਆਪਾਂ ਸੁੱਖ ਨਹੀਂ ਲੈ ਸਕਦੇ ਕਿ ਉਹ ਦੇਹਾਂ ਨੇ ਵਿਛੜਨਾ ਜ਼ਰੂਰ ਹੋਇਆ। ਜੋ ਨਿਰਾਕਾਰ ਸਰੂਪ ਆਪਣਾ ਆਤਮਾ ਹੈ ਉਹਦੇ ਚ ਮਿਲਣ ਵਿਛੜ ਨਹੀਂ ਹੈ। ਮਿਲਿਆ ਮਿਲਿਆ ਨਾ ਮਿਲੇ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ। ਜਿਹੜਾ ਸਤ ਸੰਗਤ ਜੀ ਇਹਨਾਂ ਪਦਾਰਥਾਂ ਦੇ ਨਾਲ ਮਿਲਿਆ ਹੋਇਆ ਹੈ, ਨਾ ਮਿਲਿਆ ਉਹ ਮਿਲਿਆ ਨਹੀਂ ਵਾਹਿਗੁਰੂ ਦੇ ਨਾਮ ਨਾਲ। ਜਿਹੜਾ ਸਤ ਸੰਗਤ ਜੀ ਵਾਹਿਗੁਰੂ ਦੇ ਨਾਮ ਨਾਲ ਮਿਲਿਆ ਹੋਇਆ ਹੈ ਉਹ ਸਦਾ ਹੀ ਸਤ ਸੰਗਤ ਜੀ ਮਿਲਿਆ ਹੋਇਆ ਹੈ। ਸੋ ਪ੍ਰੇਮੀਓ, ਆਪ ਦਸਾਂ ਜੋਤਾਂ ਚ ਵਰਤੇ, ਭਾਵੇਂ ਸ਼ੰਕਾਵਾਦੀਆਂ ਨੇ ਕੁੱਤੇ ਰੱਖ ਸ਼ਿਕਾਰ ਖਡਾਇਆ। ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਨੇ ਕਿ ਅੱਗੇ ਕੀ ਸੀ ਹੁਣ ਕੀ ਸੀ। ਪੰਜਾਂ ਸਰੂਪਾਂ ਤੱਕ ਆਪ ਜੀ ਸ਼ਾਂਤ ਰੂਪ ਰਹੇ। ਛੇਵੇਂ ਪਾਤਸ਼ਾਹ ਨੇ ਸਤ ਸੰਗਤ ਜੀ ਸ਼ਿਕਾਰ ਖੇਡਣ ਜਾਣਾ, ਸ਼ਿਕਾਰੀ ਕੂਕਰ ਰੱਖਣੇ, ਬਾਜ ਰੱਖਣੇ, ਘੋੜੇ ਸਤ ਸੰਗਤ ਜੀ ਬੜੇ ਸੁੰਦਰ ਸੁੰਦਰ 1.25 ਲੱਖ ਦਾ ਘੋੜਾ ਸਿੱਖਾਂ ਨੂੰ ਸਤ ਸੰਗਤ ਜੀ ਭੇਟ ਦੇਣਾ ਔਰ ਸ਼ਿਕਾਰ ਜਾਣਾ। ਇਹ ਸਤ ਸੰਗਤ ਜੀ ਕਈਆਂ ਨੂੰ ਭਾਇਆ ਨਾ ਵੀ ਇਹ ਗੁਰੂ ਕੇ ਕੀ ਕਰਨ ਲੱਗੇ। ਪੰਜਾਂ ਜੋਤਾਂ ਸ਼ਾਂਤ ਸਰੂਪ, ਆ ਹੁਣ ਕੀ ਹੋਇਆ, ਇਹ ਕੀ ਬਣਿਆ। ਆਪ ਸਤ ਸੰਗਤ ਜੀ ਉਹੀ ਸਰੂਪ ਆ। ਪੰਜਵੇਂ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ। ਛੇਵੇਂ ਪਾਤਸ਼ਾਹ ਨੇ ਮਹਾਰਾਜ ਜੀ ਪਿਤਾ ਜੀ ਕਿਰਪਾ ਕਰਕੇ ਦੱਸੋ, ਆਪ ਨੇ ਤਾਂ ਭਾਣਾ ਵਰਤਾਉਣਾ ਲਾਹੌਰ ਦੇ ਅੰਦਰ, ਜਿਵੇਂ ਪਹਿਲੇ ਸਰੂਪਾਂ 'ਚ ਬਾਣੀ ਉਚਾਰਨ ਕੀਤੀ ਆ, ਹੁਕਮ ਹੈ ਬਾਣੀ ਹੋਰ ਉਚਾਰਨ ਦਾ। ਗੁਰੂ ਅਰਜਨ ਦੇਵ ਜੀ ਕਹਿੰਦੇ, ਹੇ ਪਿਆਰੇ ਸੁਪੁੱਤਰ, ਬਾਣੀ ਉਚਾਰਨੀ ਨਹੀਂ ਹੈ। ਬਾਣੀ ਬਹੁਤ ਉਚਾਰੀ ਗਈ, ਜਿਹੜੇ ਅਗਲੇ ਸਰੂਪ ਵਿੱਚ ਸੀਸ ਦੇਵਾਂਗੇ ਨਾ ਉਦੋਂ ਉਚਾਰਾਂਗੇ ਬਾਣੀ। 9ਵੇਂ ਸਰੂਪ ਵਿੱਚ ਜਿਤਨੀ ਬਾਣੀ ਉਚਾਰ ਹੋਈ ਹੈ ਇਹਦਾ ਤੁਸੀਂ ਪ੍ਰਚਾਰ ਕਰਨਾ ਸੰਗਤਾਂ ਦੇ ਅੰਦਰ, ਸੰਗਤਾਂ ਨੂੰ ਦ੍ਰਿੜ ਕਰਵਾਉਣੀ ਹੈ। ਇਹ 6ਵੇਂ 7ਵੇਂ 8ਵੇਂ ਪਾਤਸ਼ਾਹ ਨੇ ਸਤ ਸੰਗਤ ਜੀ ਗੁਰਮਤਿ ਦਾ ਬੜਾ ਹੀ ਭਾਰਾ ਪ੍ਰਚਾਰ ਕੀਤਾ। ਉਸ ਤੋਂ ਉਪਰੰਤ ਗੁਰੂ ਘਰ ਵਿੱਚ ਸਤ ਸੰਗਤ ਸ਼ਸਤਰ ਵਿਦਿਆ ਪ੍ਰਗਟ ਹੋਈ ਔਰ ਆਪਣੇ ਧਰਮ ਦੀ ਰੱਖਿਆ ਵਾਸਤੇ ਸਤ ਸੰਗਤ ਉਸੀ ਸ਼ਸਤਰਧਾਰੀ ਹੋਏ। ਨਾਲੇ ਆਪਣੇ ਧਰਮ ਦੀ, ਨਾਲੇ ਹੋਰ ਮਾਨਵਤਾ ਦੇ ਜਿਹੜੇ ਲੋਕ ਸੀ ਦੁਖੀ ਆ ਕੇ ਸ਼ਰਨ ਪੈਂਦੇ, ਉਹਨਾਂ ਦੀ ਰੱਖਿਆ ਭਾਈ ਕੌਣ ਕਰੂਗਾ। ਜਿਹੜਾ ਆਪ ਦੀ ਰੱਖਿਆ ਆਪ ਨਹੀਂ ਕਰ ਸਕਦਾ, ਉਹ ਦੂਸਰੇ ਦੀ ਰੱਖਿਆ ਕੀ ਕਰੇਗਾ। ਇਹ ਜ਼ੁਲਮ ਕਰਨ ਵਾਲੇ ਲੋਕਾਂ ਨੂੰ ਦੰਡ ਦੇਣ ਵਾਸਤੇ ਸਤ ਸੰਗਤ ਜੀ ਆਪ ਜੀ ਸ਼ਸਤਰਧਾਰੀ ਹੋਏ, ਨਾ ਕਿ ਸਤ ਸੰਗਤ ਜ਼ੁਲਮ ਕਰਨ ਵਾਸਤੇ। ਸ਼ਸਤਰ ਪਕੜੇ ਦੁਨੀਆ ਨੇ ਲੋਕਾਂ ਦੇ ਜ਼ੁਲਮ ਕਰਨ ਵਾਸਤੇ, ਸ਼ਸਤਰ ਪਕੜੇ ਗੁਰੂ ਕਿਆਂ ਨੇ, ਖਾਲਸੇ ਨੇ ਜ਼ੁਲਮ ਕਰਨ ਵਾਲਿਆਂ ਨੂੰ ਦੰਡ ਦੇਣ ਵਾਸਤੇ। ਇੰਨਾ ਫਰਕ ਹੈ। ਸਤ ਸੰਗਤ ਜੀ ਆਪ ਜੀ 6ਵੇਂ ਪਾਤਸ਼ਾਹ ਨੇ ਗੁਰਤਾ ਗੱਦੀ ਜਿਸ ਵੇਲੇ ਕੀਤੀ, ਬੜਾ ਭਾਰੀ ਗੁਰਮਤਿ ਦਾ ਪ੍ਰਚਾਰ ਕੀਤਾ। ਨਾਲ ਹੀ ਅਬਦੁੱਲਾ ਤੇ ਨੱਥਾ ਢਾਡੀ ਰੱਖੇ। ਸ਼ਾਮ ਦੇ ਟਾਈਮ ਸਤ ਸੰਗਤ ਜੀ 12 ਗਾਉਂਦੇ,
ਵੀर रस जोधे अच भरदे, शास्त्र विद्या गुरु घर च प्रगट होई, अकाल तख्त सत संगत जी प्रगट होया, अकाल बुंगा क्या करते सी, हुण तां आपां अकाल तख्त कहने, असीं नौ काल बुंगा है। सो उस तो उपरंत सत संगत जी सतवें पातशाह ने पूछया, महाराज जी की हुक्म है, आप गुरता गद्दी बख्शा करन लगे हो। दादा गुरु जी नूं पुछण लगे कि असीं भी जंग लड़ीए। कहंदे तुसीं जंग नहीं लड़ना, तुसीं भी गुरमत दा प्रचार करना, गुरबाणी दा। कहंदे जे कोई चढ़ के आवे, कहंदे जे कोई चढ़ के आऊगा ना थोड़े तक पहुंचेगा नहीं, पर घोड़ सवार सूरमे फौज जरूर रखनी है। 2200 सवार सतवें पातशाह ने रखिया करता जी। रोज 100 गागर पानी दे नाल इशनान करया करदे, 100 कली दा चोला पाया करदे। हवा भर के चोले सत संगत फुੱਲ टुट गया सी टहनी तो। 6वें पातशाह ने बगीचे जदों फुੱਲ टुटिया देखिया, सैर करन गए सी बाबा कीरतपुर साहब बाग सी जेड़ा। महाराज 6वें पातशाह कहंदे भाई आ जदों असीं लंघे सी इस थां दे दी, आ की सोहਣਾ इत्थे फुੱਲ सी टहकदा, ਇਹ ਇਸ ਵੇਲੇ ਇਹ ਟੁੱਟ ਚੁੱਕਿਆ ਲਟਕਦਾ ਵਿਚਾਰਾ ਟਹਿਣੀ ਨਾਲ, ਇਹ ਕਿਹਨੇ ਤੋੜਤਾ। ਸੇਵਕ ਕਹਿੰਦੇ ਮਹਾਰਾਜ ਤੁਹਾਡੇ ਪੋਤਰੇ ਦਾ ਚੋਲਾ ਫਸ ਗਿਆ। ਮਹਾਰਾਜ ਕਹਿੰਦੇ ਜਿਹਨੂੰ ਚਾਹ ਪਾਉਣ ਦਾ ਹੈ ਏਡੇ ਵੱਡੇ ਚੋਲੇ, ਉਹਨੂੰ ਸਾਂਭਣਾ ਨਹੀਂ ਚਾਹੀਦਾ ਚੋਲਾ। ਇੰਨਾ ਹੀ ਬਚਨ ਕਹੇ ਸੀ, ਸਤਵੇਂ ਪਾਤਸ਼ਾਹ ਪਿੱਛੇ ਆ ਰਹੇ ਸੀ, ਸੁਣਦੇ ਸੀ। ਸਾਰੀ ਜ਼ਿੰਦਗੀ ਖਾਲਸਾ ਜੀ ਪਰਨ ਸੀ। ਸਤਵੇਂ ਪਾਤਸ਼ਾਹ ਨੇ ਜਦੋਂ ਚੱਲਣਾ ਨਾ, ਜਦੋਂ ਹੀ ਸਾਰੇ ਚੋਲੇ ਨੂੰ ਐ ਪਕੜ ਲੈਣਾ ਸੱਤ ਦੀ ਹੱਥ ਦੇ ਨਾਲ, ਕਿ ਦਾਦਾ ਜੀ ਨੇ ਇਹ ਹੁਕਮ ਕੀਤਾ ਸੀ ਕਿ ਜਿਹਨੇ ਏਡਾ ਵੱਡਾ ਚੋਲਾ ਪਾਉਣਾ ਸਾਂਭਦਾ ਕਿਉਂ। 36 ਲੱਖ ਸਤ ਸੰਗੀ ਮੂਲ ਮੰਤਰ ਦਾ ਅਭਿਆਸ ਕੀਤਾ, ਜਪਜੀ ਸਾਹਿਬ ਦਾ ਬੜਾ ਭਾਰੀ ਅਭਿਆਸ ਕੀਤਾ, ਗੁਰਬਾਣੀ ਦਾ ਅਦਬ ਸਤ ਸੰਗਤ ਜੀ ਕਰਨ ਰੱਖਣਾ ਸਿਖਾਇਆ ਸਿੱਖਾਂ ਨੂੰ। ਰਾਗੀ ਸਿੱਖ ਆਏ, ਮਹਾਰਾਜ ਦੇ ਸਤ ਸੰਗਤ ਪਲੰਘ ਕੋਲੇ ਆ ਕੇ ਥੱਲੇ ਕੀਰਤਨ ਕਰਨ ਲੱਗੇ। ਸਤਿਗੁਰੂ ਜੀ ਸਾਹਿਬ ਧੰਨ ਹੋ ਕੇ ਐਸਾ ਉੱਠੇ, ਸਤ ਸੰਗਤ ਜੀ ਵਿਰਾਜੇ ਹੋਏ ਸਨ। ਬਹੁਤ ਛੇਤੀ ਦੇਣੇ ਕਿ ਗੁਰਬਾਣੀ ਅਸੀਂ ਉੱਚੇ ਪਏ ਹੋਈਏ ਤੇ ਗੁਰਬਾਣੀ ਥੱਲੇ ਗਾਇਨ ਹੋਵੇ। ਜਦ ਸਤ ਸੰਗਤ ਜੀ ਉੱਠਦਿਆਂ ਦੇ 60 ਵਜੀ ਫੱਟੀ ਵਜੀ ਬਾਹੀ ਸੀ ਜਿਹੜੀ, ਰਗੜ ਖਾ ਗਏ। ਕੀਰਤਨ ਕਰਨੋਂ ਸਿੱਖ ਬੰਦ ਹੋਏ। ਕਹਿੰਦੇ ਮਹਾਰਾਜ ਕੀ ਭਾਣਾ ਵਰਤਿਆ ਆਪ ਏਡੀ ਛੇਤੀ। ਕਹਿੰਦੇ ਗੁਰਸਿੱਖੋ ਇਹ ਬਾਣੀ ਪਤਾ ਕੀ ਵਸਤੂ ਹੈ, ਸਾਡੀ ਦੇਹ ਦਾ ਸਤਿਕਾਰ ਨਹੀਂ ਇੰਨਾ ਕਰਨਾ ਚਾਹੀਦਾ ਜਿੰਨਾ ਸ਼ਬਦ ਦਾ। ਜਦੋਂ ਗੁਰੂ ਅਰਜਨ ਦੇਵ ਜੀ ਨੇ ਸਤ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਰਚ ਦਿੱਤੀ, ਉਸ ਤੋਂ ਬਾਅਦ ਮੰਜੇ ਤੇ ਨਹੀਂ ਪਏ, ਆਖੋ ਵਾਹਿਗੁਰੂ। ਆਪ ਜੀ ਹੁਣ ਤੱਕ ਵੀ ਚੱਲ ਕੇ ਦੇਖੋ, ਅਕਾਲ ਤਖਤ ਤੋੜ ਤਾਂ ਦੁਬਾਰਾ ਸਤ ਸੰਗਤ ਦੀ ਤਿਆਰੀਆਂ ਹੋ ਰਹੀਆਂ ਹਨ। ਜਿਹੜਾ ਕੋਠਾ ਸਾਹਿਬ ਹੈ, ਆਪ ਜੀ ਉੱਥੇ ਸਤ ਸੰਗਤ ਜੀ ਮਹਾਰਾਜ ਦਾ ਬਿਰਾਜਮਾਨ ਕਰਦੇ। ਜਦੋਂ ਹਰਿਮੰਦਰ ਸਾਹਿਬ ਚ ਪ੍ਰਕਾਸ਼ ਕਰਨਾ ਸੂਬ ਸ਼ੁਰੂ ਕਰ ਦਿੱਤਾ, ਉਸ ਤੋਂ ਬਾਅਦ ਆਪ ਮਹਿਲਾਂ ਚ ਨਹੀਂ ਗਏ। ਪੰਜਵੇਂ ਪਾਤਸ਼ਾਹ ਰਾਤਰੀ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਪਲੰਘ ਦੇ ਥੱਲੇ ਪਿਆ ਕਰਦੇ ਰੋਜ਼। ਸਤਵੇਂ ਪਾਤਸ਼ਾਹ ਉਸ ਵੇਲੇ ਸਿੱਖਾਂ ਨੂੰ ਸਤ ਸੰਗਤ ਜੀ ਸਾਹਿਬ ਧੰਨ ਕੀਤਾ। ਕਹਿੰਦੇ ਗੁਰਸਿੱਖੋ ਗੁਰਬਾਣੀ ਜਿਨ ਭਾਏ ਨਹੀਂ ਧਾਰਾ, ਜਾਣੋ ਸੋ ਨਹੀਂ ਸਿੱਖ ਹਮਾਰਾ। ਜਿਨ੍ਹਾਂ ਨੇ ਗੁਰਬਾਣੀ ਦਾ ਭੈ ਨਹੀਂ ਕੀਤਾ, ਅਦਬ ਨਹੀਂ ਕੀਤਾ, ਉਹ ਸਾਡਾ ਸਿੱਖ ਨਹੀਂ ਹੈ। ਅਸੀਂ ਤਾਂ ਭਾਈ ਜੇਬਾਂ ਚ ਗੁਟਕੇ ਪਾਈ ਫਿਰਦੇ, ਕੋਈ ਸੁਚਮਨੀ ਰੱਖਦੇ, ਉਸੇ ਤਰ੍ਹਾਂ ਦੇ ਹੱਥ ਲਾ ਦਿੰਦੇ, ਪਰ ਗੁਰਬਾਣੀ ਪ੍ਰਤੱਖ ਗੁਰੂ ਸਰੂਪ ਇਹ ਭਾਈ ਪ੍ਰਚਾਰ ਕੀਤਾ ਮਹਾਰਾਜ ਸਤਵੇਂ ਪਾਤਸ਼ਾਹ। ਉਸ ਤੋਂ ਉਪਰੰਤ ਸਤ ਸੰਗਤ ਜੀ ਰਾਮ ਰਾਏ ਨੂੰ ਬਖਸ਼ਾਂ ਕਰਨੀਆਂ, 72 ਸੱਤ ਦੀ ਕਲਾ ਦਿਖਾਉਣੀਆਂ। ਰੰਗਦੇਵ ਨੇ ਖੁਸ਼ ਹੋ ਕੇ ਦੇਹਰਾਦੂਨ ਦਾ ਸਾਰਾ ਪਰਗਣਾ ਭੇਟਾ ਕਰ ਦੇਣਾ। ਇਹ ਸਭ ਗੁਰੂ ਘਰ ਦਾ ਪ੍ਰਤਾਪ ਹੋਇਆ। ਦਾਰਾ ਸ਼ਕੋਹ ਨੂੰ ਸ਼ੇਰ ਦੀ ਮੁੱਛ ਸਤ ਸੰਗਤ ਜੀ ਖਵਾ ਦਿੱਤੀ ਸੀ ਕਿਸੇ ਪਦਾਰਥ ਚ ਪਾ ਕੇ ਰੰਗਦੇਵ ਨੇ, ਕਿ ਮੇਰਾ ਭਰਾ ਮਰ ਜਾਵੇ, ਮੈਨੂੰ ਵਿਘਨ ਹੈ ਮੈਂ ਰਾਜ ਦੇ ਵਿੱਚ, ਇਹ ਰਾਜ ਨਾ ਸਾਂਭ ਲਵੇ। ਰਾਜੀ ਨਹੀਂ ਸੀ ਹੁੰਦਾ। ਉਸ ਵੇਲੇ ਸਤ ਸੰਗਤ ਜੀ ਸ਼ਾਹਜਹਾਨ ਨੇ ਬੇਨਤੀ ਕੀਤੀ ਸਾਰੇ ਥਾਂ ਥਾਂ ਤੇ ਕਿ ਮੇਰਾ ਪੁੱਤਰ ਰਾਜੀ ਨਹੀਂ ਹੋ ਰਿਹਾ, ਕੋਈ ਹੈ ਵੈਦ ਐਸਾ।
वैदां ने सत संगत जी लौंग ते एक हरड़ 17 सरसाही दे कहे कि इन्ने इन्ने तोल ते लौंग ते हरड़ मिलन तां तेरा पुत्र राजी हो सकदा। बड़ियां थावां देखियां सारियां दी हट्टां सत संगत जी टोल टोल के थक गए, पर कित्थों मिले? कीरतपुर साहब सतवें पातशाह दे सत संगत जी भंडारे चों मिले। एडियां बड़ियां बख्शां ये सतवें पातशाह ने की। आप जी सत संगत जी अज गुरु हरकृष्ण साहब जी का आप अवतार दिवस मना रहे हैं। कीरतपुर साहब विखे 1713 विक्रमी संवत जिन्हों अपने देश का चलता है, 10वीं नेर पक्ष की सत जी सौण का महीना, नेर पक्ष की 10वीं वाले दिन तड़के आप जी ने गुरसिख अवतार धारिया है नन्हे स्वरूप के अंदर। आप जी के माता जी माता हरकृष्ण कौर जी हैं, संतोखी चंद कौर जी, लाडो जी, कोट करियाणी जी, इत्यादि सत संगत जी, राम कौर जी, ये सत महाराज दे महल सन। गंगागढ़ का राजा राजा राम सत जी दे लड़कियां ही सी। इन्हें आके 6वें पातशाह नूं बेनती की, महाराज मेरिया पुत्रियां ने एक राणी तो नहीं हैं, क्यों एक राणी तो उन्नियां हाण प्रमाण नहीं हो सकदियां। कई राणियां दी कुखों तो प्रगट होईयां जी, मेरे कोई पुत्र नहीं, कृपा करो मैं अपनियां लड़कियां नूं थोड़े महाराज पोते दियां दासियां बनाउणा चाहुंदा है। मैं अरदास कीती है, मेरी कामना पूरी करो। उत्थे विषय वासना दा सवाल नहीं, ये नहीं भी क्यों शादियां होईयां। सत संगत जी गुरु साहब जती सती है, ओ प्रेमी दी राजे दी कामना पूरी करने वास्ते महाराज ने सत संगत जी इन्हां नूं गुरु घर विच थां दित्ती। सारियां ब्रह्म ज्ञान दे विच स्थित रहियां, कोई संसार दी वासना मातावां दे मन विच नहीं सी। तो सत संगत जी रामपुर दी कुख तो केवल राम राय दा प्रगट होना, वो बड़े सन गुरु हर राय साहब जी दे साहिबजादे। गुरु हरकृष्ण साहब जी सत संगत जी माता कृष्ण कौर जी दे। ऐसे सतगुरु जी सत संगत जी अवतार धारण तो बाद बच्चों वाली चंचल मत नहीं सी आप दी, सदा वास्ते सत संगत विचारशाली बिरती द्वारा बाणी पढ़ते सुनते रहते, गुरमुखी अखर सिखे, संसारक मर्यादा अनुसार सत संगत जी गुरमुखी पढ़ी और गुरबाणी सत संगत जी जुड़ गए। सिखा ने आके दर्शन करने कि गुरु के साहबजादे की सोहने हैं। बहुत दूरों संगत आई, सियाने सिखा ने सतवें पातशाह तो पूछा, महाराज जी ये थोड़े साहबजादे बड़े सुंदर रूप वाले ने, गुरु महाराज किनू बनाओगे इन्हां चों? सतवें पातशाह कहंदे भाई ये तो गुरु नानक देव जी का घर है, सचखंड धुरों हुक्म है, वो जिम्मेवारी निभावेगा। कहंदे महाराज सानू तां इन्ना ज्ञान नहीं, कृपा करके दस दिओ तुसीं होई सानू भरोसा आ जावे। आप जी तो बाद फिर उसे नूं असीं गुरु मनांगे, नहीं तां महाराज पंजवें पातशाह ने थोड़े परचीए ने झगड़े पाए, मैं गुरु हां। धीर मल थोड़ी ईरखा कीती, आप कृपा करके महाराज सानू दस दिओ। सतगुरु जी कहंदे लै भाई सिखा, साडे दोनों साहिबजादे दो अड अड कमरियां विच कोठड़ियां विच पाठ करदे है, पोथियां प्रकाश ने, मंजी साहब मूर्त दियां ताबियां च बैठे ने। आ सूई लै जा, बाणी सुनी बैठ के, पावियां च घवो के सूई देख ली, तेनू आपे ही पता लग जू भी सात तो बाद गुरु कौन हो। उस वेले सत संगत जी वो सिख गया सूई लैके, जिथे राम राय सत संगत जी पाठ कर रहा सी, उथे जाके मत्था टेकिया, बैठ गया, बाणी सुन लग गया। बड़ी रसीली आवाज है राम राय, फिर भी गुरु पुत्र है। पंक्ति की सी मुख विच,
अनक जतन कर आत्म नहीं द्रवै, हर दरगह को कैसे गवै। ਇਹ ਰਾਮ ਰਾਏ ਦੇ ਮੁਖੋਂ ਸਿੱਖ ਨੇ ਪੰਕਤੀ ਸੁਣੀ ਗੁਰਬਾਣੀ ਦੀ। ਅਨੇਕਾਂ ਯਤਨ ਕਰਕੇ ਜਿਹਦਾ ਮਨ ਨਹੀਂ ਢਲਿਆ ਹੈ, ਸ਼ਰਧਾ ਦੇ ਅੰਦਰ, ਭਾਵਨਾ ਪ੍ਰੇਮ ਦੇ ਅੰਦਰ, ਹਰੀ ਦੀ ਦਰਗਾਹ 'ਚ ਕਿਵੇਂ ਜਾਵੇਗਾ? ਉਹਦਾ ਜਨਮ ਸਫਲਾ ਨਹੀਂ। ਹੌਲੀ ਦਿਨ ਸਤ ਸੰਗਤ ਜੀ ਨਾਲੇ ਬਾਣੀ ਸੁਣਦਾ ਰਿਹਾ। ਜਦੋਂ ਸੂਈ ਘਵੋ ਕੇ ਦੇਖੀ ਸਤ ਸੰਗਤ ਜੀ ਖੂਬੀ ਨਾ, ਪਾਵੇ 'ਚ ਕਿਹੜਾ ਹੀ ਹੁੰਦਾ ਪਾਵਾ। ਤਾਂ ਉੱਥੋਂ ਉੱਠਿਆ, ਮੱਥਾ ਟੇਕ ਕੇ ਦੂਸਰੇ ਕਮਰੇ ਸਤ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਠ ਕਰ ਰਹੇ। ਕੋਈ ਪਤਾ ਨਹੀਂ ਕੌਣ ਆਇਆ ਹੈ, ਕੌਣ ਜਾਂਦਾ ਹੈ। ਇੱਕਦਮ ਇੱਕ ਰਸ ਬਾਣੀ ਦਾ ਆਨੰਦ ਮਾਣਦੇ। ਬ੍ਰਹਮ ਬ੍ਰਹਮਾਨੰਦ ਵਿੱਚ ਵਿਰਤੀ ਲੀਨ ਹੈ। ਸਤ ਸੰਗਤ ਜੀ, ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਬਦਾ ਅੰਤਰ ਜਰੈ। ਐਸੀਆਂ ਪੰਕਤੀਆਂ ਆਪ ਜੀ ਪੜ੍ਹ ਰਹੇ ਸੀ। ਜਿੱਥੇ ਦੁਬਦਾ ਚਲੀ ਗਈ, ਉੱਥੇ ਸਤ ਸੰਗਤ ਜੀ ਹਿਰਦਾ ਨਰਮ ਹੀ ਨਰਮ। ਜਿੱਥੇ ਦੁਆਇਤ ਨਹੀਂ ਹੈ, ਉੱਥੇ ਬ੍ਰਹਮ ਹੀ ਬ੍ਰਹਮ ਹੈ। ਨੇੜੇ ਕੀਤੀ ਸੂਈ ਸਤ ਸੰਗਤ ਜੀ ਹੱਥੋਂ ਹੀ ਛੁੱਟ ਗਈ। ਪਤਾ ਹੀ ਨਹੀਂ ਕਿੱਧਰ ਚਲੀ ਗਈ। ਮੋਮ ਵਾਂਗੂ ਢੱਕ ਕੇ ਪਾਵੇ ਹੋਏ ਸੀ ਸਤ ਸੰਗਤ ਜੀ। ਬਾਣੀ ਦਾ ਏਡਾ ਵੱਡਾ ਪ੍ਰਤਾਪ ਸੀ। ਸਿੱਖ ਆ ਗਿਆ। ਸਤਵੇਂ ਪਾਤਸ਼ਾਹ ਕਹਿੰਦੇ ਭਾਈ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਿਆ? ਕਹਿੰਦਾ ਕਰਿਆ ਆਇਆ ਜੀ। ਕਹਿੰਦੇ ਪਤਾ ਲੱਗਿਆ ਕੁਝ? ਕਹਿੰਦੇ ਮਹਾਰਾਜ ਜੀ ਤੁਸੀਂ ਸੂਈ ਦਿੱਤੀ ਸੀ। ਕਹਿੰਦੇ ਲਿਆ ਫਿਰ ਕਿੱਥੇ ਹੈ? ਕਹਿੰਦੇ ਮਹਾਰਾਜ ਵੱਡਾ ਸਾਹਿਬਜ਼ਾਦੇ ਦਾ ਬੜਾ ਰਸੀਲੀ ਆਵਾਜ਼ ਵਾਲਾ ਪਾਠ ਸੀ। ਮੈਂ ਉਹ ਪਾਵੇ ਚ ਘੋ ਕੇ ਦੇਖੀ ਮੰਜੀ ਸਾਹਿਬ ਦੇ ਚ, ਲੱਕੜ ਕਿਹੜੀ ਹੁੰਦੀ ਹੈ ਕਿਹੜੀ ਦੇਖੀ। ਉਹ ਪਾਵੇ ਪਤਾ ਨਹੀਂ ਕਾਹਦੇ ਬਣਾਏ ਮਹਾਰਾਜ ਜੀ, ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਠ ਕਰਦੇ। ਉੱਥੇ ਮੈਂ ਨੇੜੇ ਹੋ ਕੇ ਜਦੋਂ ਸੂਈ ਘੁਮਾਉਣ ਲੱਗਾ ਜੀ, ਜਿਵੇਂ ਮੋਮ ਹੁੰਦੀ ਹੈ, ਮੋਮ ਦੇ ਵਿੱਚ ਖੁੱਭ ਜਾਂਦੀ ਹੈ ਸੂਈ, ਐ ਜੀ ਵਿੱਚੇ ਹੀ ਖੁੱਭ ਗਈ, ਮੇਰੇ ਤਾਂ ਹੱਥ ਨਹੀਂ ਆਈ। ਕਹਿੰਦੇ ਫਿਰ ਹੁਣ ਤੈਨੂੰ ਪਤਾ ਲੱਗ ਗਿਆ ਵੀ ਗੁਰਤਾ ਗੱਦੀ ਦਾ ਮਾਲਕ ਕੌਣ ਬਣੂ। ਪਰ ਹੁਣ ਤੂੰ ਦੱਸੀ ਨਾ, ਪਹਿਲਾਂ ਇਹਨਾਂ ਝਗੜੇ ਪੈਣ ਲੱਗ ਜਾਣ, ਸਾਹਿਬਜ਼ਾਦੇ ਨਾਲ ਲੜ ਪੈਣ, ਈਰਖਾ ਨਾ ਕਰਨ। ਪਤਾ ਲੱਗ ਗਿਆ ਸੀ ਕਿ ਇੰਨਾ ਹਿਰਦਾ ਕੋਮਲ, ਪਾਠ ਕਰਦਿਆਂ ਮੰਜੀ ਸਾਹਿਬ ਦੇ ਪਾਵੇ ਵੀ ਸੱਤ ਨਹੀਂ ਢਲ ਜਾਣ। ਇਹ ਵਸਤਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਹੈ, ਖਾਲਸਾ ਜੀ, ਜਿਨ੍ਹਾਂ ਦਾ ਅੱਜ ਗੁਰਪੁਰਬ ਆਪਾਂ ਮਨਾ ਰਹੇ। ਦੁਨੀਆ ਦੇ ਉੱਤੇ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ। ਸਮੇਂ ਸਮੇਂ ਸਿਰ ਸਤ ਸੰਗਤ ਜੀ ਅਵਤਾਰ ਆਉਂਦੇ ਰਹੇ। ਉਹ ਵਾਹਿਗੁਰੂ ਦਾ ਹੁਕਮ ਨਾਲ ਹੀ ਆਉਂਦੇ ਰਹੇ। ਜਿੰਨੀ ਸ੍ਰਿਸ਼ਟੀ ਅਸਾਂ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਸਾਰੀ ਸ੍ਰਿਸ਼ਟੀ ਹੁਕਮ ਦੇ ਅੰਦਰ ਹੈ। ਜੇ ਕੋਈ ਪਾਪ ਕਰਦਾ ਹੈ, ਉਹ ਹੁਕਮ ਤੋਂ ਬਿਨਾਂ ਨਹੀਂ ਕਰਦਾ। ਕਿਉਂ? ਉਹਦੇ ਪੂਰਬਲੇ ਪਾਪ ਕੀਤੇ ਨੇ। ਉਹ ਪੂਰਬਲਾ ਜਿਹੜਾ ਪਾਪ ਕਰਮ ਨੂੰ ਹੋਰ ਪਾਪ ਕਰਨ ਵਾਸਤੇ ਸਤ ਸੰਗੀ ਪ੍ਰੇਰਦਾ। ਆਪਾਂ ਸੰਗਤ ਵਿੱਚ ਬੈਠੇ ਹਾਂ, ਪੂਰਬਲਾ ਪੁੰਨ ਲੈ ਕੇ ਆਏ। ਉਹ ਜਿਹੜਾ ਪਹਿਲਾ ਪੁੰਨ ਕੀਤਾ ਹੋਇਆ, ਉਹ ਆਪਾਂ ਨੂੰ ਪ੍ਰੇਰ ਕੇ ਲਿਆਇਆ। ਇੱਥੇ ਆਪਾਂ ਨਹੀਂ ਆਏ। ਕਾਠ ਕੀ ਪੁੱਤਰੀ ਕਹਾਂ ਕਰੇ ਬਪਨੀ ਖਿਲਾਵਨ ਹਾਰੋ ਜਾਣਾ। ਜਿਵੇਂ ਕਾਠ ਦੀ ਪੁੱਤਰੀ ਦੇ ਅੰਦਰ ਆਤ ਸ਼ਕਤੀ ਨਹੀਂ, ਜਿਵੇਂ ਤਾਰ ਕੋਈ ਪਿੱਛੇ ਖਿੱਚਦਾ ਉਹਦੇ ਨਾਚ ਕਰਦੀ ਹੈ, ਐ ਖੜਤਾ ਜੀ ਕਰਮ ਬੰਦ ਸ੍ਰਿਸ਼ਟੀ ਹੈ ਇਹ। ਸਾਰੇ ਜੀਵ ਸਤ ਸੰਜੀ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਸਾਰੇ ਸਤ ਸੰਜੀ ਕੋਈ ਮਿਲਦਾ ਕੋਈ ਵਿਛੜਦਾ, ਕੀਤੇ ਹੋਏ ਕਰਮਾਂ ਕਰਕੇ ਸਾਰੇ ਜੀਵ ਤੁਰੇ ਫਿਰਦੇ। ਸੋ ਸਾਰੀ ਸ੍ਰਿਸ਼ਟੀ ਵਾਹਿਗੁਰੂ ਦੇ ਹੁਕਮ ਵਿੱਚ ਹੈ। ਜਿਤਨੇ ਪਹਿਲੇ ਅਵਤਾਰ ਹੋਏ, ਜੇ ਭਏ ਪਹਿਲ ਅਵਤਾਰਾ, ਆਪ ਤਿਨ ਜਾਪ ਉਚਾਰ। ਜਿਹੜੇ ਪਹਿਲੇ ਅਵਤਾਰ ਹੋਏ ਖਾਲਸਾ ਜੀ, ਉਹਨਾਂ ਨੇ ਆਪਣਾ ਜਾਪ ਜਪਾਇਆ ਹੈ ਸਾਰੀ ਦੁਨੀਆ ਨੂੰ। ਰਾਮਚੰਦਰ ਜੀ ਹੋਏ, ਕ੍ਰਿਸ਼ਨ ਜੀ ਹੋਏ, ਉਹਨਾਂ ਨੇ ਸਤ ਸੰਗ ਜੀ ਆਪਣੇ ਸਰੂਪ ਦਾ ਧਿਆਨ ਧਰਾਇਆ। ਭਾਵੇਂ ਬ੍ਰਹਮ ਜਨਾਇਆ, ਬ੍ਰਹਮ ਤੋਂ ਲੁਕੋ ਕੇ ਨਹੀਂ ਰੱਖਿਆ ਉਪਦੇਸ਼, ਸਭ ਨੂੰ ਸਹੀ ਉਪਦੇਸ਼ ਦਿੱਤਾ ਗੀਤਾ ਆਦਿਕ। ਪਰ ਲੇਕਿਨ ਇਹ ਕਿਹਾ ਮੈਂ ਉਹ ਹਾਂ ਜਿਹੜਾ ਅਕਾਲ ਪੁਰਖ ਹੈ ਨਾ, ਜਿਹੜਾ ਗੁਰਬਾਣੀ ਚ ਵੀ ਹੁੰਦਾ ਵਾਹਿਗੁਰੂ 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 ਵਾਹਿਗੁਰੂ। ਉਹ ਕੌਣ ਹੈ? ਕਬਲ ਨੈਣ, ਸਰਗੁਣ ਸਰੂਪ ਦੇ ਧਾਰ ਕੇ ਕਬਲ ਵਰਗੇ ਉਹਦੇ ਨੇਤਰ ਨੇ। ਬਦਰ ਮੈਨ, ਮਿੱਠੇ ਮਿੱਠੇ ਬਚਨ ਨੇ ਉਹਦੇ। ਕੋਟ ਸੈਨ ਸੰਗ ਸੋਭ ਕਹਿਤ ਮਾਜ ਸੋਧ, ਜਿੱਥੇ ਦਹੀਂ ਭਾਤ ਖਾਏ ਜੀਓ।
ਜਿਹਨੂੰ ਮਾਤਾ ਜੀ ਸੋਹਣਾ ਕਹਿੰਦੇ ਲੈ ਪੁੱਤ ਤੈਨੂੰ ਦਹੀਂ ਚੌਲ ਖਵਾਵਾਂ, ਦੇ ਧਾਰੀ ਨਾ। ਉਹ ਵਾਹਿਗੁਰੂ ਪਰਮੇਸ਼ਰ ਨੇ ਸਤ ਸੰਗਤ ਜੀ ਐਸੀ ਦੇਹ ਦੇ ਅੰਦਰ ਆਪਣੀ ਕਲਾ ਇਸਤਤ ਕਰਕੇ ਕ੍ਰਿਸ਼ਨ ਨਾਮ ਧਰਾ ਕੇ ਕਲਯੁਗ ਦੇ ਜੀਵਾਂ ਦਾ ਭਲਾ ਕੀਤਾ। ਸਤਜੁਗ ਤੈ ਮਾਣਿਓ ਛਲਿਓ ਬਲ ਬਾਬਨ ਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰਗਵੰਸ ਕਹਾਇਓ, द्वापर कृष्ण मरार कंस करतार्थ कियो, उग्र सैन को राज भय भगत जन दियो। आ गया कलयुग दा समा, कलयुग प्रमाण नानक गुर अंगद अमर कहायो, श्री गुरु राज अब चल डल आदि पुरख फरमायो। ये आदि पुरख दा सत संगत जी फरमायो प्रमाण है, हुक्म है। जो उन्हां अवतारां ने क्रिया की उन्हां नालों सत संगत जी अधक परोपकार गुरु साहब ने की। उन्हां च शक्ति नहीं सी, महाराज ज्यादा शक्ति सी नहीं। वाहिगुरु सारियां नूं सत्ता स्फूर्ति देण वाला है। जे सत संगत जी थां पहलां ही साफ है, उत्थे थोड़े जे झाड़ू देण दी लोड़ ही है। जे बहुता ही सत संगत जी गंदा थां है, उत्थे किन्नी वेरी 2-3 वेरी आपां झाड़ू दिंदे। ਉਹ जुगां दे अंदर लोग सच बोलदे सी। सतयुग सत तेता जगी, द्वापर पूजा चार। उन्हां लोकां जुगां दे लोग सत पर तग्गी सन, बेईमानी नहीं सी करदे, बचन तो मुकरदे नहीं सी, झूठ नहीं सी कदे भी बोलदे। ये कहिए कोई है प्रमाण? सत संगत जी दुर्योधन पुछदा ओ युधिष्ठिरा, ਆਪਾਂ ਆਪਸ ਵਿੱਚ ਸਰੀਕੇ ਵਾਲੇ ਭਰਾ ਜੰਗ ਹੋਣਾ ਹੈ, ਮੇਰਾ ਕੋਈ ਬਚਾਅ? ਬੈਰੀ ਨੂੰ ਕਦੇ ਕੋਈ ਦੱਸਦਾ ਹੁੰਦਾ ਸਤ ਸੰਗਤ ਜੀ ਵੀ ਤੂੰ ਐਂ ਬਚ ਸਕਦਾ? ਕਹਿੰਦਾ ਮੇਰੀ ਤਾਈ ਨੇ ਤੇਰੀ ਮਾਂ ਹੈ, ਜਿੱਦਣ ਪਤਾ ਲੱਗ ਗਿਆ ਨਾ ਵੀ ਮੈਂ ਅੰਨੇ ਨੂੰ ਮੰਗੀ ਹੋਈ ਆ, ਉਦੋਂ ਤੋਂ ਉਹਨੇ ਪੱਟੀਆਂ ਬੰਨੀਆਂ ਅੱਖਾਂ ਕਿ ਜੇ ਮੇਰਾ ਪਤੀ ਪਰਮੇਸ਼ਰ ਅੰਨਾ ਹੈ, ਉਹਨੇ ਦੁਨੀਆ ਨਹੀਂ ਦੇਖਣੀ, ਮੈਂ ਕਾਹਨੂੰ ਦੇਖਣੀ ਹੈ। ਉਹਦੀ ਨਿਗਾਹ ਚ ਇੰਨੀ ਸ਼ਕਤੀ ਹੈ, ਜੇ ਤੂੰ ਨੰਗਾ ਹੋ ਕੇ ਉਹਦੇ ਕੋਲ ਦੀ ਲੰਘ ਜੇ ਨਾ, ਤੈਨੂੰ ਕੋਈ ਮਾਰ ਨਾ ਗਿਆ ਦੁਨੀਆ ਦੇ ਉੱਤੇ। ਸੱਚ ਸੱਚ ਨਹੀਂ, ਜਿੱਥੇ ਨਹੀਂ ਬੋਲਣ ਨੂੰ ਜੀ ਕਰਦਾ ਉੱਥੇ ਵੀ ਸੱਚ ਬੋਲਦੇ ਸੀ ਲੋਕ। ਬੈਰੀ ਪੁੱਛੇ ਵੀ ਮੈਂ ਬਚੂਗਾ ਕਿਵੇਂ, ਆਪਾਂ ਦੱਸਦੇ ਆ ਕਦੇ ਆਪਾਂ ਕਹਾਂਗੇ ਜੇ ਇਹਨੂੰ ਦੱਸ ਦਿੱਤਾ ਮਾਰਨਾ ਤਾਂ ਇਹਨੂੰ ਹੈ, ਫਿਰ ਬਮਰੂ ਕਿਵੇਂ? ਲੇਕਿਨ ਯੁਧਿਸ਼ਠਰ ਨੇ ਸੱਚ ਦੱਸਿਆ। ਕ੍ਰਿਸ਼ਨ ਨੇ ਕੀ ਸੋਚਿਆ कि इस लोटा ने मरना नहीं। कृष्ण कहता ओए दुश्मन बात करे अनहोई, दुर्योधन तू भरोसा कर लिया, तू अपनी मां दे मूहरे नगन एडा बड़ा महापाप। जद सत संगत जी इसने फुल्लां दी माला लटकारी रख दे नाल होर सारा शरीर नगन करके मां दे मूह दी सत संगत जी दिखा के मां नूं शरीर नगाता। 12 जोधन छत्र चलैथा देही गिरज ना खाई। 12 जोजन 48 को सत संगत जी बाट बनती है। हस्तिनापुर तो चल के कुरुक्षेत्र के जंग में आया, छतरां दी छास ही इन्ने लोग खड़े सी। सत संगत जी एडा बड़ा दुर्योधन का प्रताप सी, पर देह गिरजा ने भी नहीं खाधी कि बज्जर दी हो गई। आ लक कच्चा रह गया था इन्ना। भीम सैन ने मार मार गुरजा फ्यों के रख दिते गुरदे, सत संगत जी तां मरिया सी। कहण दा भाव की लोग सत पर तग्गी सी, उज्जर बुद्धियां सी, थोड़े उपदेश नाल ही उन्हां दा भला हो जांदा। आ कलयुग दा समा आया, कलयुग उधारिया गुरदेव, बल मूत मूड़ जे मुग्ध होते सब लगे तेरी सेव। इत्थे सत संगत जी झाड़ू बहुते देण दी लोड़ है। एवें नहीं 10 जोतां च वरत के फिर भी गुरु ग्रंथ साहिब दे लड़ लाया महाराज। हले भी दुनिया की मैल नहीं चक हुंदी खालसा जी। सिक्खी आपां तो किन्नी क निभदी है, किन्नी क बकारां दी मैल तो आपां बचे होए। सो 10 जोतां च वरते आप जी सत संगत जी। सो वाहिगुरू दे हुक्म नाल ही अवतारां दा आउणा जाना है। दूसरे पक्ष दे अंदर पहले लोग हंकारी घट सी। सब तो बड़ा हंकार हर एक नूं खराब करदा होम है। कलयुग दे जीवां दी होम है किवें चक हुंदी जे गुरु की होम है रहिंदी। सतगुरां ने तां खालसा जी अपनी रचना ते भी होमां दा बचन नहीं बोलण दित्ता कि साडे बचन सिख पढ़नगे हंकारी हो जा करनगे।
ਕਾਨੇ ਭਗਤ ਨੇ ਕੀ ਕਿਹਾ ਸੀ, ਆ ਕੇ ਝੂਠ ਤਾਂ ਨਹੀਂ ਸੀ ਬੋਲਿਆ। 4 ਭਗਤ ਆਏ ਲਾਹੌਰ ਤੋਂ, ਗੁਰੂ ਅਰਜਨ ਦੇਵ ਜੀ ਨੂੰ ਕਹਿੰਦੇ ਮਹਾਰਾਜ ਬਾਣੀ ਲਿਖਦੇ ਹੋ, ਜਿਹੜੇ ਪਹਿਲਾਂ ਮਰ ਖੱਪ ਗਏ ਭਗਤ ਉਹਨਾਂ ਦੀ ਤੁਸੀਂ ਬਾਣੀ ਵਿੱਚ ਧਰੀ ਆ ਆਪਣੀ ਬਾਣੀ ਦੇ, ਅਸੀਂ ਤੁਹਾਡੇ ਜਿਉਂਦੇ ਜਾਗਦੇ ਭਗਤ, ਅਸੀਂ ਘੱਟ ਹਾਂ, ਸਾਡਾ ਵੀ ਨਾਮ ਮਸ਼ਹੂਰ ਰਹੂ, ਲਿਖੋ ਬਾਣੀ ਸਾਡੀ। ਮਹਾਰਾਜ ਤਾਂ ਸੱਚ ਜੀ ਹਰ ਇੱਕ ਦਾ ਸਤਿਕਾਰ ਕਰਦੇ, ਭਗਤਾਂ ਦਾ ਕਿਉਂ ਨਹੀਂ ਸੀ ਕਰਨਾ। ਗੁਰੂ ਅਰਜਨ ਦੇਵ ਜੀ ਕਹਿੰਦੇ ਆਓ ਭਗਤ ਜਨੋ, ਬੜੀ ਕਿਰਪਾ ਕੀਤੀ, ਦਰਸ਼ਨ ਦਰਸ਼ੇ ਦਿੱਤੇ ਅੰਮ੍ਰਿਤਸਰ ਸਾਹਿਬ ਵਿਖੇ, ਤੁਹਾਡੀ ਬਾਣੀ ਕਿਉਂ ਨਹੀਂ ਚੜਾਵਾਂਗੇ, ਉਚਾਰੋ। ਕਾਨੇ ਨੇ ਇਹੀ ਕਿਹਾ ਸੀ, ਮੈਂ ਉਹ ਹੀਰੇ ਮੈਂ ਉਹ ਹੀਰੇ, ਜਾ ਕੋ ਨਾਰਦ ਸਾਰਦ ਖੋਜ ਤੇ ਅੰਤ ਨਾ ਪਾਵਤ ਕੋਈ ਰੇ। ਮੈਂ ਉਹੀ ਆ, ਉਹੀ ਜਿਹਨੂੰ ਨਾਰਦ ਵੀ ਭਾਲਦਾ ਫਿਰਦਾ, ਕੀਰਤਨ ਭਗਤੀ ਕਰਦਾ, ਸੁਰਸਤੀ ਵੀ ਮੰਗਲ ਕਰਦੀ ਫਿਰਦੀ ਹੈ, ਸਾਰੀ ਦੁਨੀਆ ਦੇ ਰਿਖੀ ਮੁਨੀ ਭਾਲਦੇ ਫਿਰਦੇ ਨੇ, ਮੈਂ ਉਹ ਸਰੂਪ ਹਾਂ। ਆਪਣਾ ਆਤਮਾ ਉਹੀ ਹੈ, ਬ੍ਰਹਮ ਹੈ। ਮਹਾਰਾਜ ਕਹਿਣ ਲੱਗੇ ਭਗਤ ਕਾਨਾ ਜੀ, ਬਾਣੀ ਤੇਰੀ ਬਿਲਕੁਲ 100% ਸੱਚੀ, ਜਿਹੜਾ ਬ੍ਰਹਮ ਗਿਆਨੀ ਦਾ ਸਰੂਪ ਹੁੰਦਾ ਆਤਮਾ, ਉਹ ਬਿਲਕੁਲ ਸਹੀ ਉਹੀ ਹੈ, ਬ੍ਰਹਮ ਨਾਲੋਂ ਵੱਖਰਾ ਨਹੀਂ। ਪਰ ਤੇਰੀ ਬਾਣੀ ਜੇ ਸਾਡੇ ਸਿੱਖ ਪੜ੍ਹਿਆ ਕਰਨਗੇ, ਹੰਕਾਰੀ ਹੋ ਜਾਣਗੇ। ਗਿਆਨ ਤੋਂ ਬਿਨਾਂ ਇਹ ਜੀ ਬਾਣੀ ਪੜ੍ਹਨੀ, ਉਹ ਦੁੱਖ ਰੂਪ ਹੋ ਜਾਂਦੀ ਹੈ। ਜਿਹਨੂੰ ਸੱਚ ਬੁਖਾਰ ਚੜਿਆ ਹੋਵੇ, ਉਹਨੂੰ ਘਿਓ ਵਰਜਿਤ ਹੈ। ਘਿਓ ਸਭ ਨੂੰ ਫਾਇਦਾ ਕਰਦਾ, ਤਾਕਤ ਦਿੰਦਾ, ਪਰ ਜੇ ਬੁਖਾਰ ਹੋਵੇ ਤਾਂ ਨਹੀਂ, ਫਾਇਦੇਮੰਦ ਨਹੀਂ, ਦਸਤ ਲਾ ਦਿੰਦਾ। ਇਸੇ ਤਰ੍ਹਾਂ ਸਤਿ ਪਹਿਲਾਂ ਹੀ ਜੇ ਹੰਕਾਰੀ ਹੋਵੇ ਬੰਦਾ, ਉਹਨੂੰ ਹੋਰ ਫੂਕ ਭਰਦੀ ਏ, ਉਹਨੇ ਫਿਰ ਭਗਤੀ ਕਿਵੇਂ ਕਰੂਗਾ, ਆ ਸੰਗਤ ਦੇ ਜੋੜੇ ਕਿਵੇਂ ਝਾੜੇਗਾ। ਹੰਕਾਰੀ ਆਦਮੀ ਦਾ ਕਦੇ ਹੱਥ ਨਹੀਂ ਝਾਕਦਾ ਨਹੀਂ ਹੈ। ਸੋ ਐਸੇ ਸਤਿ ਹਉਮੈ ਤੋਂ, ਹੋਰ ਬਕਾਰਾਂ ਦੀ ਮੈੜ ਤੋਂ, ਇਹ ਕੂੜੇ ਕਰਕਟ ਤੋਂ ਸਤਿ ਛਡਾਉਣ ਵਾਸਤੇ ਆਪ 10ਵੇਂ ਪਾਤਸ਼ਾਹ ਤੱਕ ਵੀਰ ਰਸ ਵੀ ਧਾਰਿਆ, ਪਾਤਸ਼ਾਹ ਵੀ ਬਣੇ, ਤਖਤਾਂ ਤੇ ਵੀ ਬੈਠੇ, ਪਰ ਨਿਮਰਤਾ ਬਹੁਤ ਹੀ ਜ਼ਿਆਦੇ। ਕੀ ਕਿਹਾ 10ਵੇਂ ਪਾਤਸ਼ਾਹ ਨੇ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰੈ, ਇੱਥੇ ਤੱਕ ਤਾੜਨਾ ਦੇ ਦਿੱਤੀ। ਕੀ ਮਹਾਰਾਜ ਵਾਹਿਗੁਰੂ ਦਾ ਸਰੂਪ ਨਹੀਂ ਹਨ? ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਵਾਹਿਗੁਰੂ ਨਿਰੰਕਾਰ ਨੇ ਆਪਣੀ ਜੋਤ ਸੱਚ ਦੀ ਗੁਰੂ ਨਾਨਕ ਰੂਪ ਕਰੀ। ਸਰੂਪ ਵਾਹਿਗੁਰੂ ਦਾ ਹੈ, ਲੇਕਿਨ ਰਸਨਾ ਤੋਂ ਭਗਤਾਂ ਵਾਲਾ ਪਾਠ ਅਦਾ ਕੀਤਾ। ਹੁੰਦਾ ਮਰਦ ਹੈ, ਇਸਤਰੀ ਦੇ ਕੱਪੜੇ ਪਾ ਕੇ ਪਾਠ ਅਦਾ ਕਰਕੇ ਡਰਾਮੇ 'ਚ ਲੰਘ ਜਾਂਦਾ। ਇਸ ਤਰ੍ਹਾਂ ਮਹਾਰਾਜ ਜੀ ਨੇ ਆਪਣੇ ਆਪ ਨੂੰ ਭਗਤ ਕਹਾਇਆ। ਹਨ ਅਕਾਲ ਪੁਰਖ ਦਾ ਸਰੂਪ, ਤੇ ਸਾਡਾ ਤਾਂ ਨਹੀਂ ਫਰਜ਼ ਬਣਦਾ ਜੇ ਮਹਾਰਾਜ ਨੇ ਨਿਮਰਤਾ ਨਾ ਕਿਹਾ ਤੇ ਅਸੀਂ ਮਹਾਰਾਜ ਨੂੰ ਭਗਤੀ ਸਮਝੀਏ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੈ ਕਹਤਾ ਭਰਪੂਰ ਸ਼ਬਦ ਦੀਪਕ ਦੀਪਾਇਓ, ਜੈ ਸਿੱਖਿਆ ਸੰਗ੍ਰਹਿਓ ਤਤ ਹਰ ਚਰਨ ਮੁਲਾਇਓ। ਐਸਾ ਸਰੂਪ ਸਤ ਸਮਝੀ ਵਾਹਿਗੁਰੂ ਦਾ ਗੁਰੂ ਨਾਨਕ ਰੂਪ ਹਨ। ਉਹਨਾਂ ਅਵਤਾਰਾਂ ਦੇ ਸਤ ਸੰਗਤੀ ਦਿਨ ਵੀ ਮਨਾਏ ਜਾਂਦੇ। ਕ੍ਰਿਸ਼ਨ ਅਸ਼ਟਮੀ ਮਨਾਉਂਦੇ ਕਿ ਨਹੀਂ? ਕ੍ਰਿਸ਼ਨ ਦਾ ਵੀ ਅਵਤਾਰ ਦਿਵਸ ਹੈ। ਇਸੇ ਤਰ੍ਹਾਂ ਸਤ ਸੰਗਤੀ ਚੇਤ ਚੌਦੇ ਰਾਮਚੰਦਰ ਦਾ ਅਵਤਾਰ ਦਿਵਸ ਵੀ ਹੈ। ਇਹ ਉੱਗੇ ਅਵਤਾਰ ਮੰਨੇ ਨੇ, ਹੋਰ ਅਵਤਾਰਾਂ ਦੇ ਵੀ ਦਿਨ ਮਨਾਉਂਦੇ। ਪਰ ਜਿਹੜੇ ਸਤ ਸੰਗਤ ਜੀ ਜਿਵੇਂ ਆਪਾਂ ਗੁਰਪੁਰਬ ਮਨਾਉਂਦੇ ਆ, ਇਸ ਢੰਗ ਨਾਲ ਉਹਨਾਂ ਨੂੰ ਜੁਗਤੀ ਨਹੀਂ ਹੈ ਮਨਾਉਣ ਦੀ, ਕਿਵੇਂ ਮਨਾਈਦਾ। ਜਿਸ ਪ੍ਰਕਾਰ ਸਤ ਸੰਗਤ ਜੀ ਕ੍ਰਿਸ਼ਨ ਅਸ਼ਟਮੀ ਲੋਕ ਮਨਾ ਰਹੇ ਸੀ, ਕ੍ਰਿਸ਼ਨ ਦਾ ਨਾਮ ਵੀ ਦੁਆਪਰ ਚ ਕ੍ਰਿਸ਼ਨ ਹੈ, ਇਧਰ 8ਵੇਂ ਪਾਤਸ਼ਾਹ ਦਾ ਨਾਮ ਵੀ ਸਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹੈ। ਆਪ ਜੀ ਨੇ ਸਤ ਸੰਗਤ ਜੀ ਅਵਤਾਰ ਧਾਰਿਆ। ਆਪਾਂ ਬਾਣੀ ਦਾ 3 ਦਿਨ ਜਾਪ ਪੜ੍ਹਿਆ ਸੁਣਿਆ, ਲੇਕਿਨ ਕ੍ਰਿਸ਼ਨ ਅਸ਼ਟਮੀ ਜਿਵੇਂ ਮਨਾਈ ਜਾਂਦੀ ਹੈ, ਉਹ ਹੋਰ ਢੰਗ ਨਾਲ ਮਨਾਈ ਜਾਂਦੀ, ਲੇਕਿਨ ਉਸ ਢੰਗ ਨਾਲ ਮਨਾਉਣੀ ਨਾ ਚਾਹੀਏ ਕਦੇ। ਆਪਾਂ ਕਿਸੇ ਵੀ ਅਵਤਾਰ ਦਾ ਖੰਡਨ ਨਹੀਂ ਗੁਰੂ ਘਰ ਦੇ ਅੰਦਰ, ਸੁਝਾਅ ਜ਼ਰੂਰ ਹੈ ਔਰ ਸਤਿਸੰਗ ਦੀ ਮਰਿਆਦਾ ਤੇ ਚੱਲਣਾ ਜ਼ਰੂਰ ਹੈ, ਲੇਕਿਨ ਪਰਾਏ ਨਹੀਂ ਸਮਝਣਾ ਕਿ ਉਹ ਅਵਤਾਰ ਪਰਾਏ ਨੇ, ਕਿ ਆਹ ਸਾਡਾ ਹੈ। ਮੇਰ ਤੇਰ ਜਬ ਇਹਨੇ ਚੁਕਾਈ ਤਬ ਤੇਨ ਸੰਗ ਨਹੀਂ ਬਹਿਰਾਈ। ਜਦੋਂ ਮੇਰ ਤੇਰ ਚੱਕ ਦਿਓਗੇ, ਉਦੋਂ ਤੋਂ ਤੁਹਾਡਾ ਬੈਰੀ ਕੋਈ ਨਾ ਰਹਿ ਗਿਆ।
ਖਾਲਸਾ ਜੀ ਕੀ ਹੁੰਦਾ ਹੈ ਆਪਣੇ ਜਿੱਦਣ ਕ੍ਰਿਸ਼ਨ ਅਸ਼ਟਮੀ ਆਉਂਦੀ ਹੈ, ਆ ਰਹੀ ਹੈ ਮੂਹਰੇ ਸੱਤ ਦੀ ਥੱਤੋਂ ਵੀ ਅਗਲੇ ਮਹੀਨੇ ਛੋਟੀ ਜੀ ਮੂਰਤੀ ਕ੍ਰਿਸ਼ਨ ਦੀ ਸਤ ਸੰਗਤ ਜੀ ਜਾਂ ਤਾਂ ਦਵਾਣੇ ਚ ਜਿਹਨੂੰ ਮਤੀਰਾ ਕਹਿੰਦੇ ਆ ਉਹਦੇ ਚ ਗਲੀ ਕੱਢ ਕੇ ਵਿੱਚ ਸਤ ਸੰਜੀ ਧਸੋ ਦੇਈਦੀ ਹੈ, ਜਾਂ ਕਿਤੇ ਖਰਬੂਜੇ ਚ ਗਲੀ ਕੱਢ ਕੇ ਉੱਤੋਂ ਸਤ ਸੰਜੀ ਢੱਕ ਦਿੰਦੇ ਉਹ ਜਿਵੇਂ ਉਹ ਜਿੰਨਾ ਕੁ ਵਿੱਚੋਂ ਚਾਕੂ ਨਾਲ ਕੱਢੀ ਦਾ ਉਹਨਾਂ ਉੱਤੋਂ ਫੇਰ ਬੰਦ ਕਰਦੇ ਆ, ਵਿੱਚ ਤਾਂ ਪੋਲਾ ਹੁੰਦਾ। ਜਿੱਦਣ ਸਤ ਸੰਜੀ ਕ੍ਰਿਸ਼ਨ ਅਸ਼ਟਮੀ ਹੋਣੀ ਆ ਉਦਣ ਤੜਕੇ 2 ਵਜੇ ਪਾਂਡਾ ਦੇਖ ਲੋ ਕੇਸ ਤਾਂ ਪਹਿਲਾਂ ਹੀ ਨਹੀਂ ਉਹਦੇ ਮਨਾਏ ਹੁੰਦੇ ਨੇ, ਜਸੋਧਾ ਵਾਲੇ ਕੱਪੜੇ ਪਾ ਲੈਂਦਾ, ਸਾੜੀ ਪਾ ਲੈਂਦਾ, ਪਾ ਕੇ ਸਤ ਸੰਜੀ ਸਾੜੀ ਕਹਿੰਦਾ ਮੈਂ ਜਸੋਧਾ। ਉਸ ਵੇਲੇ ਸਤ ਸੰਗਤ ਜੀ ਉਸ ਨੂੰ ਜਿਹੜੇ ਧਵਾਣੇ ਜਾਂ ਖਰਬੂਜੇ ਨੂੰ ਨਾ ਆਪਣੇ ਬੁੱਕਲ ਚ ਲੈ ਕੇ ਬੈਠਦਾ। 3 ਦਾ ਜਦੋਂ ਟਾਈਮ ਹੁੰਦਾ ਹੈ ਉਹਦੇ ਵਿੱਚੋਂ ਉਹ ਹੌਲੀ ਦੇਣੇ ਪਾੜ ਕੇ ਵਿੱਚੋਂ ਮੂਰਤੀ ਕਹਿੰਦਾ ਜੀ ਠਾਕਰ ਨੇ ਜਨਮ ਲਿਆ, ਠਾਕਰ ਜੀ ਜਨਮੇ, ਠਾਕਰ ਜੀ ਜਨਮ। ਉਹ ਲਿਬੜ ਜਾਂਦਾ ਗੁੱਦ ਜੀ ਨਾਲ। ਫਿਰ ਉਹਨੂੰ ਕੋਈ ਦਾਈ ਆਉਂਦੀ ਆ ਜਾਂ ਕੋਈ ਹੋਰ ਸੇਵਕ ਇਸ਼ਨਾਨ ਕਰਾ ਕੇ ਜਿਵੇਂ ਬੱਚਾ ਜਨਮ ਲੈਂਦਾ ਉਹੀ ਕਿਰਿਆ ਕਰਦੇ। ਜੋ ਉਹ ਕਿਰਿਆ ਕਰਦੇ ਸਤ ਸੰਗਤ ਜੀ ਉਹ ਗੁਰੂ ਅਰਜਨ ਦੇਵ ਜੀ ਨੇ ਤੱਕੇ। ਉਸ ਵੇਲੇ ਸਤ ਸੰਗਤ ਜੀ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਆਪ ਜੀ ਨੇ ਇਹ ਭੈਰੋਂ ਰਾਗ ਵਿੱਚ ਸ਼ਬਦ ਉਚਾਰਨ ਕੀਤਾ। 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਬਾਣੀ ਉਚਾਰਦੇ ਹਨ, ਇੱਕ ਅਦਵੈਤ ਰੂਪ ਪਰਮੇਸ਼ਰ ਹੈ। ਘਰ ਪਹਿਲੇ ਸੁਰਤਾਲ ਦੇ ਅੰਦਰ ਉਚਾਰਦੇ ਅਦਵੈਤ ਰੂਪ ਬ੍ਰਹਮ ਓਂਕਾਰ ਸਾਰਿਆਂ ਦਾ ਪ੍ਰਕਾਸ਼ਤਾ, ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ। ਵਸਤੂ ਨਿਰਦੇਸ਼ ਮੰਗਲ ਕਰਕੇ ਆਪ ਜੀ ਸਤ ਸੰਗਤ ਜੀ ਕੀ ਉਚਾਰਨ ਕਰਦੇ ਨੇ? ਭਰਮ ਭੂਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ। हे ਪ੍ਰੇਮੀਓ, ਵਾਹਿਗੁਰੂ ਜੋ ਨਰਾਂ ਨਰਾਂ ਵਿੱਚ ਆਇਆ ਹੋਇਆ ਨਾਰਾਇਣ ਨਾ ਅਰ ਆਇਣ, ਜਿਹਦੇ ਅੰਦਰ ਵਿਦਿਆ ਰੂਪੀ ਰਾਤਰੀ ਨਹੀਂ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਐਸਾ ਜੋ ਨਾਰਾਇਣ ਬ੍ਰਹਮ ਹੈ, ਨਾਰ ਜਲ ਦੇ ਵਿੱਚ ਸਤ ਸੰਗੀ ਸ਼ੇਸ਼ ਨਾਗ ਦੀ ਸੇਜਾ ਦੇ ਉੱਤੇ ਦੁੱਧ ਦੇ ਸ਼ੀਰ ਸਮੁੰਦਰ ਦੇ ਅੰਦਰ ਸਤ ਸੰਗੀ ਬਰਾਜਣ ਵਾਲਾ ਵੀ ਹੈ। ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਕੜੇ ਪੜੇ ਮੋ ਕੰਠ ਸਵਾਰ। ਜਿਸ ਦੀ ਨਾਭੀ ਤੋਂ ਕਮਲ ਦੁਆਰਾ ਸਤ ਸੰਗ ਦੀ ਬ੍ਰਹਮਾ ਦੀ ਉਤਪਤੀ ਹੋਈ, ਸੇਠੀ ਦੀ ਰਚਨਾ ਹੋਈ। ਐਸਾ ਜੋ ਨਾਰਾਇਣ ਹੈ, ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਜਨਮ ਮਰਨ ਤੇ ਰਹਿਤ, ਜੰਮਣ ਮਰਨ ਤੋਂ ਰਹਿਤ। ਕਹਿੰਦੇ ਜੀ ਫਿਰ ਮਨਾਉਨੇ ਆ, ਕਹਿੰਦੇ ਹਾਂ ਭਰਮ ਭੂਲੇ ਨਰ ਕਰਤ ਕਚਰਾਇਣ। ਭਰਮ ਵਿੱਚ ਭੁੱਲੇ ਹੋਏ ਜਿਹੜੇ ਲੋਕ ਨੇ ਕਚਰਾਇਣ ਕੱਚੀਆਂ ਗੱਲਾਂ ਕਰਦੇ, ਕਚਰਾ ਲੈ ਕੇ, ਕਚਰਾ ਖਰਬੂਜੇ ਨੂੰ ਕਹਿੰਦੇ ਨੇ, ਉਹ ਲੈ ਕੇ ਮੂਰਤੀ ਧੋ ਦੇਣੀ ਫਿਰ ਕੱਢ ਲੈਣੀ, ਇਹ ਕੱਚੀਆਂ ਗੱਲਾਂ ਨੇ, ਠੀਕ ਨਹੀਂ। ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥੀਤ ਗੋਬਿੰਦ ਜਨਮਾਸੀ। ਦੇਖ ਲੋ ਭਾਈ ਸਾਰੀਆਂ ਥਿੱਤਾਂ 15 ਥਿੱਤਾਂ ਹੁੰਦੀਆਂ ਇੱਕ ਪੱਖ ਚ, ਏਕਮ ਦੂਜ ਤੀਜ ਪੁੰਨਿਆ ਤੱਕ, ਉਧਰ ਨਾਲੇ ਮੱਸਿਆ ਤੱਕ, ਨੇਰ ਪੱਖ ਚਾਨਣ ਪੱਖ, ਸਾਰੀਆਂ ਥਿੱਤਾਂ ਤਾਂ ਪਾਸੇ ਕਰਕੇ ਰੱਖ ਦਿੱਤੀਆਂ। ਕਹਿੰਦੇ ਅਸ਼ਟਮ ਥੀਤ ਗੋਬਿੰਦ ਜਨਮਾਸੀ, ਅਸ਼ਟਮੀ ਵਾਲੇ ਥਿੱਤ ਕਹਿੰਦੇ ਕ੍ਰਿਸ਼ਨ ਜੰਮੇ ਆ, ਗੋਬਿੰਦ। ਗੋ ਨਾ ਸਤ ਸੰਗੀ ਬਾਣੀ ਦਾ ਹੈ, ਗੋ ਨਾ ਧਰਤੀ ਦਾ ਹੈ, ਗੋ ਨਾ ਇੰਦਰੀਆਂ ਦਾ ਹੈ, ਜਿਹੜੀਆਂ ਆਪਣੀਆਂ ਅੱਖਾਂ ਆਦਿ ਗੋਲਕਾਂ ਹਨ। ਇਹਨਾਂ ਦਾ ਜੋ ਬਿੰਦ ਪ੍ਰਕਾਸ਼ਕ ਹੈ ਉਸ ਨੂੰ ਗੋਬਿੰਦ ਕਹਿੰਦੇ। ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ, ਆਠ ਦਿਨ ਤਾਮ ਕੋ ਖੀਪੁਰ ਹੋਇਓ ਲਾਖੀਣਾ। ਸਤ ਸੰਗਤ ਜੀ ਗੋਬਿੰਦ ਦਾ ਜਾਪ ਦੁਆਪਰ ਚ ਚੱਲਦਾ ਸੀ, ਕਲਯੁਗ ਦੇ ਵਿੱਚ ਰਾਮ ਦਾ ਨਾਮ ਚੱਲਦਾ ਹੈ, ਤ੍ਰੇਤੇ ਦੇ ਅੰਦਰ ਹਰ ਹਰ ਦਾ ਜਾਪ ਲੋਕ ਜਪਦੇ ਸੀ। ਸਤਯੁਗ ਦੇ ਅੰਦਰ ਸਤ ਸੰਗਤ ਜੀ ਓਮ ਨਮੋ ਵਾਸੁਦੇਵ ਦੇਵਾ ਆਦਿਕ ਜਾਪ ਜਪਿਆ ਜਗਦੇ ਸੀ ਵਾਸੁਦੇਵ ਦਾ। ਉਹ ਚੌਹਾਂ ਯੁਗਾਂ ਦਾ ਜਾਪ ਸਤ ਸੰਗਤ ਜੀ ਕੱਲੇ ਕੱਲੇ ਅੱਖਰ ਦਾ ਮਹਾਰਾਜ ਜੀ ਨੇ ਵਾਹਿਗੁਰੂ ਸ਼ਬਦ ਪ੍ਰਗਟ ਕਰਕੇ ਕਲਯੁਗ ਦੇ ਅੰਦਰ ਚੌਗਣਾ ਫਲ ਸਤ ਸੰਗੀ ਪ੍ਰਗਟ ਕਰ ਦਿੱਤਾ। ਅਸ਼ਟਮ ਥੀਤ ਗੋਬਿੰਦ ਜਨਮਾਸੀ। ਹੈ ਪ੍ਰੇਮੀਓ, ਤੁਸੀਂ ਕਹਿਤਾ ਵੀ ਦੂਜੀਆਂ ਥਿੱਤਾਂ ਚ ਨਹੀਂ, ਅਸ਼ਟਮੀ ਥਿੱਤ ਵਾਲੇ ਹੀ ਜੰਮਿਆ। ਰਹਾਉ ਸਥਾਈ ਦੇ ਕੇ ਕਹਿੰਦੇ ਇੰਨੀ ਗਲਤੀ
ਵਾਹਿਗੁਰੂ ਤਾਂ ਸਾਡੇ ਜੰਮਣ ਮਰਨ ਮੇਟਦਾ, ਉਹ ਜੇ ਜੰਮਦਾ ਮਰਦਾ ਰਿਹਾ ਤਾਂ ਫਿਰ ਸਾਡਾ ਜੰਮਣ ਮਰਨ ਕਿਵੇਂ ਮੇਟੂ। ਆਪਾਂ ਭਗਤੀ 'ਚ ਲੱਗੇ ਹੀ ਤਦੇ ਹਾਂ। ਸਭ ਤੋਂ ਵੱਡਾ ਜੰਮਣ ਮਰਨ ਦਾ ਖਰਚਾ ਜੀ ਦੁੱਖ। ਬੱਚਾ ਜਨਮ ਲੈਂਦਾ ਹੈ, ਵਾਹਿਗੁਰੂ ਬਖਸ਼ ਲਵੇ ਸਤ ਸੰਗਤ ਜੀ, ਮਾਂ ਦਾ ਵੀ ਦੁਬਾਰਾ ਜਨਮ ਔਰ ਬੱਚੇ ਦਾ ਵੀ। ਸਤ ਸੰਗਤ ਜੀ ਗੱਲ ਕਰੋ ਵੀ ਉਦੋਂ ਹੋਸ਼ ਨਹੀਂ। ਇਸੇ ਤਰ੍ਹਾਂ ਮਰ ਕੇ ਆ ਕੇ ਮੁੜ ਕੇ ਦੱਸਣਾ ਨਹੀਂ ਹੁੰਦਾ। ਮਰਨ ਦਾ ਵੀ ਸਤ ਸੰਗਤ ਜੀ ਅੰਤ ਦੁੱਖ। ਅਗਿਆਨ ਜਨ ਦੁੱਖ ਬਿਆੰਤ, ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਬਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਰਾਏ। ਇਹਨਾਂ ਦੁੱਖਾਂ ਦੀ ਵੈਦ ਕੋਲੇ ਦਾਰੂ ਨਹੀਂ ਕੋਈ ਵੀ। ਜੇ ਦਾਰੂ ਹੈ ਤਾਂ ਸਤ ਸੰਗਤ ਪਰਮੇਸ਼ਰ ਦਾ ਨਾਮ ਗੁਰੂ ਕੇ ਆਪਦੇ ਪਾਸ। ਆਪ ਜੀ ਕਹਿੰਦੇ ਹਨ ਜਨਮ ਮਰਨ ਤੇ ਰਹਿਤ ਨਾਰਾਇਣ, ਉਹ ਜੰਮਣ ਮਰਨ ਤੋਂ ਰਹਿਤ ਹੈ। ਤੁਸੀਂ ਕੀ ਕਰਦੇ ਹੋ? ਰਹਾਉ ਸਥਾਈ ਦੇ ਕੇ ਕਹਿੰਦੇ ਐ ਕਰ ਪੰਜੀਰ ਖਵਾਇਓ ਚੋਰ। ਉਹ ਜਸੋਦਾ ਨਹੀਂ ਪਾਂਡਾ, ਉਹ ਚੋਰ ਹੈ। ਜਿਹਨੇ ਜਸੋਦਾ ਦਾ ਰੂਪ ਧਾਰ ਕੇ ਮਾਈਆਂ ਨੂੰ ਕਹਿਣਾ ਲਿਆਓ ਮੇਰੇ ਵਾਸਤੇ ਪਨੀਰੀ, ਮੈਨੂੰ ਕ੍ਰਿਸ਼ਨ ਜੰਮਿਆ। ਦਿੰਦੇ ਆ ਨਾ ਮਾਈਆਂ ਨੂੰ ਦਾਬੜੇ। ਕਰ ਪੰਜੀਰ ਖਵਾਇਓ ਚੋਰ, ਉਹ ਚੋਰ ਨੂੰ ਸਤ ਸੰਗਤ ਜੀ ਪਨੀਰੀਆਂ ਕਰ ਕਰ ਮਾਈਆਂ ਭੋਲੀਆਂ। ਨਾਲੇ ਕਹਿੰਦੇ ਅੱਜ ਠਾਕਰ ਝੂਲਦੇ ਆ, ਚਲੋ ਨਾਲੇ ਤਾਂ ਰੁਪਈਏ ਮੱਥਾ ਟੇਕਦੀਆਂ, ਨਾਲੇ ਸਤ ਸੰਗਤ ਜੀ ਪੰਜੀਰੀ ਲਿਜਾਂਦੀਆਂ ਘਰੋਂ 3 ਵੇਲ ਦੀਆਂ ਕਰਕੇ, ਉਹਦਾ ਪੀਪੇ ਕਈ ਭਰ ਲੈਂਦਾ। ਉਹ ਜਨਮ ਨਾ ਮਰਾ ਰੇ ਸਾਖਤ ਢੋਰ। ਹੇ ਸਾਖਤੋ, ਹੇ ਪੱਥਰ ਦਿਨ ਵਾਲੇ ਲੋਕੋ, ਢੋਰ ਪਸ਼ੂਓ, ਉਹ ਜਨਮ ਨਾ ਮਰੈ। ਬ੍ਰਹਮ ਜੰਮਣ ਮਰਨ ਵਿੱਚ ਨਹੀਂ। ਸਤਿਗੁਰ ਮੇਰਾ ਨਿਤ ਨਵਾਂ ਨਾ ਆਵੇ ਨਾ ਜਾਏ, ਉਹ ਵਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਫਿਰ ਆਪਾਂ ਅਵਤਾਰ ਦਿਵਸ ਕਿਉਂ ਮਨਾ ਰਹੇ ਹਾਂ? ਇੱਕ ਤਾਂ ਆਪਾਂ ਇਸ ਢੰਗ ਨਾਲ ਨਹੀਂ ਮਨਾਇਆ। ਕੋਈ ਮਾਤਾ ਕ੍ਰਿਸ਼ਨ ਗੁਰੂ ਬਣ ਸਕਦੀ ਹੈ? ਕੋਈ ਸਤਿਸੰਗ ਦੀ ਮਾਈ ਕਹਿ ਸਕਦੀ ਮੈਂ ਗੁਰੂ ਹਰ ਕ੍ਰਿਸ਼ਨ ਜੀ ਦੇ ਮਹਿਲ ਹਾਂ ਅਸੀਂ? ਕੀ ਕੋਈ ਇਸ ਤਰ੍ਹਾਂ ਦੀ ਕਿਰਿਆ ਕਰ ਸਕਦੀ ਹੈ ਵੀ ਅੱਜ ਮੇਰੇ ਕੁੱਖ ਤੋਂ ਕ੍ਰਿਸ਼ਨ ਜੰਮਿਆ? ਲੰਡਨ ਸਤਿਸੰਗ ਜੀ ਥੋੜਾ ਜਿਹਾ ਇੱਥੇ ਰਹਿਣ ਦਾ ਸਮਾਂ ਮਿਲਿਆ। ਇੱਕ ਗੋਰੀ ਆਈ, ਕਹਿੰਦੀ ਮੈਂ ਈਸਾ ਦੀ ਮਾਂ ਮੈਰੀ ਹਾਂ। ਉਹ ਖਮੀ ਉਹਨੂੰ ਜੰਮਿਆ ਸੀ। ਉਹ ਮਿਸਤਰੀ ਸਿੰਘ ਮੈਨੂੰ ਕਹਿੰਦਾ ਜੀ ਅੱਜ ਨਵਤੇਜ ਸਿੰਘ ਕੋਲੇ ਇੱਕ ਆਈ ਸੀ ਗੋਰੀ, ਉਹ ਕਹਿੰਦੀ ਮੈਂ ਈਸਾ ਦੀ ਮਾਂ ਦੁਬਾਰਾ ਅਵਤਾਰ ਧਾਰਿਆ। ਮੈਂ ਕਿਹਾ ਤੂੰ ਕਾਹਨੂੰ ਢਿੱਲ ਕਰਨੀ ਸੀ? ਤੂੰ ਕਹਿਣਾ ਸੀ ਮੈਂ ਈਸਾ ਦੁਬਾਰਾ ਜਨਮ ਧਾਰਿਆ, ਮੈਂ ਤੇਰਾ ਪੁੱਤ ਹਾਂ, ਤੂੰ ਮੈਨੂੰ ਪੱਕਾ ਕਰਾ ਦੇ। ਸੋ ਐਸੇ ਪਖੰਡੀ ਬਹੁਤ ਉੱਠਣਗੇ। ਲੇਕਿਨ ਖਾਲਸਾ ਜੀ ਮਾਤਾ ਜਸੋਦਾ ਧਨ ਹੈ, ਮਾਤਾ ਦੇਵਕੀ ਧਨ ਹੈ, ਮਾਤਾ ਕੁਸਲਿਆ ਧਨ ਹੈ, ਮਾਤਾ ਤ੍ਰਿਪਤਾ ਧਨ ਹੈ, ਜਿਨ੍ਹਾਂ ਨੇ ਸੱਤ ਅਵਤਾਰਾਂ ਨੂੰ ਜਨਮ ਦਿੱਤਾ। ਉਹ ਕੱਛੂ ਦੀ ਚੂਨੀ ਵਿੱਚ ਕੱਛਣੀ ਵੀ ਧਨ ਹੈ ਜਿਹਦਾ ਕੱਛਾ ਅਵਤਾਰ ਧਾਰਿਆ। ਉਹ ਮੱਛੀ ਵੀ ਧਨ ਹੈ ਜਿੱਥੇ ਮੱਛਾ ਅਵਤਾਰ ਧਾਰਿਆ। ਉਹ ਰੂਹਾਂ ਧਨ ਹਨ ਜਿੱਥੇ ਸਤਿ ਜੀ ਵਾਹਿਗੁਰੂ ਨੇ ਆਪਣਾ ਸਰੀਰ ਲੈ ਕਰਕੇ ਜਿਨ੍ਹਾਂ ਦੇ ਪਾਸੋਂ ਪਰਉਪਕਾਰ ਕੀਤਾ। ਲੇਕਿਨ ਸਤ ਸੰਗਤ ਜੀ ਗੁਰਪੁਰਬ ਪਰਮੇਸ਼ਰ ਦੇ ਸਿਮਰਨ ਭਜਨ ਕਰਦਿਆਂ ਮਨਾਉਣੇ ਚਾਹੀਏ। ਪਰਮੇਸ਼ਰ ਨੂੰ ਦੇਹ ਰੂਪ ਨਹੀਂ ਸਮਝਣਾ ਚਾਹੀਏ। ਦੇਹਾਂ ਦੇ ਪਿੰਜਰਿਆਂ 'ਚ ਅਸੀਂ ਫਸੇ ਹੋਏ ਆ। ਸਾਨੂੰ ਕੱਢਣ ਵਾਸਤੇ ਸਤ ਸੰਗਤ ਜੀ ਜਿਹਨੇ ਪਾਣੀ 'ਚ ਡੁੱਬਦੇ ਨੂੰ ਕਿਸੇ ਨੂੰ ਕੱਢਣਾ, ਆਪ ਛਾਲ ਪਾਣੀ 'ਚ ਮਾਰਨੀ ਪੈਂਦੀ। ਵਾਹਿਗੁਰੂ ਸਤ ਸੰਗਤ ਜੀ ਸਾਨੂੰ ਦੇਹਾਂ ਦੇ ਪਿੰਜਰਿਆਂ 'ਚੋਂ ਕੱਢਣ ਵਾਸਤੇ ਆ ਦੇਹਾਂ ਦਾ ਪਿੰਜਰਾ ਆਪ ਧਾਰਦਾ ਹੈ, ਜਿਹਦਾ ਨਾਂ ਗੁਰੂ ਨਾਨਕ ਰੱਖਿਆ ਗਿਆ। ਗੁਰੂ ਗੋਬਿੰਦ ਸਿੰਘ ਸਾਹਿਬ ਉਹ ਪਿੰਜਰਿਆਂ ਦਾ ਨਾਂ ਰੱਖਿਆ ਗਿਆ। ਬ੍ਰਹਮ ਤੋਂ ਨਿਰਾਕਾਰ ਹੈ। ਅੱਜ ਸਤ ਸੰਗਤ ਜੀ ਕ੍ਰਿਸ਼ਨ ਅਸ਼ਟਮੀ ਗੀਤਾ ਦੇ ਪਾਠ ਹੋਣ, ਲਗਾਤਾਰ ਆਤਮ ਵਿਚਾਰ ਹੋਵੇ। ਸਤ ਸੰਗਤ ਜੀ ਕਹਾਂ ਪਾਈਏ, ਹੈਰਾਨ ਹੋ ਜਾਓਗੇ ਐਸਾ ਉਪਦੇਸ਼ ਸਤ ਸੰਗਤ ਜੀ ਗੀਤਾ ਦੇ ਅੰਦਰ। ਕੋਈ ਅੰਤਰਾ ਨਹੀਂ ਗੁਰਬਾਣੀ ਦਾ ਤੇ ਐਸੇ ਉਪਦੇਸ਼ਾਂ ਦਾ। ਪਰ ਕੀ ਕਰੀਏ ਸਤ ਸੰਗਤ ਜੀ, ਵਿਦਿਆ ਦੀ ਘਾਟ। ਸੋ ਆਪ ਜੀ ਫਰਮਾ ਰਹੇ ਨੇ ਨਿਰਭੈ ਸਰੂਪ ਹਨ। ਕਹਿੰਦੇ ਦੇਖੋ ਭਾਈ ਉਹ ਚੋਰ ਹੈ ਜਿਹਨੇ ਪੀਪੇ ਭਰ ਕੇ ਰੱਖ ਲਏ ਪੰਜੀਰੀ ਦੇ। ਗਾਹਾਂ ਫੇਰ ਕੀ ਕਰਦਾ ਹੈ, ਸਗਲ ਅਪਰਾਧ ਦੇ ਲੋ ਰੋਨੀ। ਜੇ ਸਤ ਸੰਗਤ ਜੀ ਰੱਬ ਹੀ ਰੋਣ ਲੱਗ ਗਿਆ ਸਾਨੂੰ ਕੌਣ ਬਰਾਊਗਾ।
ਬੱਚੇ ਨੂੰ ਮਾਈਆਂ ਲੋਰੀਆਂ ਦਿੰਦੀਆਂ ਨੇ ਨਾ, ਬੁੱਲਾਂ ਦੇ ਉਹਦੇ ਤੇ ਘੜੀ ਘੜੀ ਹੱਥ ਰੱਖ ਕੇ, ਫਿਰ ਉਹ ਕ੍ਰਿਸ਼ਨ ਦੀ ਮੂਰਤੀ ਨੂੰ ਸਾਧ ਸੰਗਤ ਜੀ ਸਗਲ ਅਪਰਾਧ, ਬੜਾ ਭਾਰੀ ਅਪਰਾਧ ਹੈ, ਇਹ ਗੁਨਾਹ ਹੈ, ਪਾਪ ਹੈ। ਫਿਰ ਲੋਰੀਆਂ ਦਿੰਦੀ ਹੈ ਉਹ ਜਸੋਦਾ ਬਣ ਕੇ ਪਾਂਡਾ, ਵੀ ਕ੍ਰਿਸ਼ਨ ਰੋਂਦਾ ਤਾਂ ਨਹੀਂ। ਜੇ ਵਾਹਿਗੁਰੂ ਹੀ ਰੋਂਦਾ ਸਾਧ ਸੰਗਤ ਜੀ ਤਾਂ ਸਾਨੂੰ ਦੁਨੀਆ ਨੂੰ ਕੌਣ ਬਣਾਉਣ ਵਾਲਾ? ਉਹ ਤਾਂ ਸਾਰਿਆਂ ਨੂੰ ਸਾਧ ਸੰਗਤ ਜੀ ਹੱਸਦੇ ਕਰਦਾ। ਸੋ ਮੁਖ ਜਲੋ ਜਿਤ ਕਹੈ ਠਾਕਰ ਜੋਨੀ। ਗੁਰੂ ਅਰਜਨ ਦੇਵ ਜੀ ਭਾਈ ਦੇਖ ਲੋ, ਇੰਨੇ ਸ਼ਾਂਤ ਰੂਪ ਨੇ, ਤਤੀਆਂ ਤਵੀਆਂ ਤੇ ਬੈਠ ਕੇ ਵੀ ਚੰਦੂ ਨੂੰ ਸਾਧ ਸੰਗਤ ਜੀ ਕੋਈ ਬਚਨ ਫਿੱਕਾ ਨਹੀਂ ਕੱਢਿਆ। ਲੇਕਿਨ ਇੱਥੇ ਕਹਿ ਦਿੱਤਾ ਭਾਈ ਉਹ ਮੂੰਹ ਕਿਉਂ ਨਾ ਸੜ ਜੇ ਜਿਹੜਾ ਕਹਿੰਦਾ ਵਾਹਿਗੁਰੂ ਜੂਨਾ ਚਾਹੁੰਦਾ। ਅਜੂਨੀ ਸਹਿ ਭੰ ਸੁਤੇ ਪ੍ਰਕਾਸ਼ ਹੈ, ਅਜਨਮਾ ਹੈ। ਐਸੇ ਸਿੱਖਿਆ ਨੂੰ ਦਿੰਦੇ ਹੋਏ ਸੱਚੇ ਪਾਤਸ਼ਾਹ ਅੱਗੇ ਕਹਿੰਦੇ ਹਨ, ਜਨਮ ਨਾ ਮਰੈ ਨਾ ਆਵੇ ਨਾ ਜਾਏ। हे ਪ੍ਰੇਮੀਓ, ਕ੍ਰਿਸ਼ਨ ਅਸ਼ਟਮੀ ਐਂ ਨਹੀਂ ਮਨਾਈ ਦੀ। ਜਨਮ ਨਾ ਮਰੈ, ਨਾ ਉਹ ਜੰਮਿਆ ਨਾ ਉਹ ਮਰੇਗਾ, ਨਾ ਉਹ ਜੰਮ ਕੇ ਆਇਆ ਹੈ ਨਾ ਉਹ ਮਰ ਕੇ ਜਾਵੇਗਾ। ਕਿੱਥੇ ਹੈ? ਨਾਨਕਾ ਪ੍ਰਭ ਰਹਿਓ ਸਮਾਏ। ਸਾਡਾ ਤਾਂ ਪ੍ਰਭੂ ਜੋ ਭੂਮਾ ਰੂਪ ਬ੍ਰਹਮ, ਪਰਾ ਰੂਪ ਜੋ ਭੂਵਾਦਿਕ ਤੱਤਾਂ ਦਾ ਹੈ, ਸਮਰੱਥ ਰੂਪ ਹੈ, ਸਾਡਾ ਤਾਂ ਭਾਈ ਉਹ ਪ੍ਰਭੂ ਸਮਾਏ ਰਹਿਓ, ਸਾਰੇ ਵਿਆਪਕ ਹੋ ਰਿਹਾ ਹੈ। ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਮਨ ਦੀ ਬਿਰਤੀ ਜਿੱਧਰ ਜਿੱਧਰ ਵੀ ਜਾਂਦੀ ਹੈ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਸਾਰੇ ਥਾਂ ਥਾਂ ਤੇ ਸਤ ਸੰਗਤ ਜੀ ਆਵਾਜ਼ਾਂ ਵੀ ਵਾਹਿਗੁਰੂ ਦੀਆਂ, ਦ੍ਰਿਸ਼ਟੀ ਗੋਚਰ ਵੀ ਸਤ ਸੰਗਤ ਜੀ ਪਰਮੇਸ਼ਰ ਹੀ। ਸਗਲ ਬਨਸਪਤ ਮੈਂ ਬੈ ਸੰਤਰ